जिस तरह हुणे आप जी ਨੂੰ ਦੱਸਿਆ ਕੋਹਲੀ ਸਾਹਿਬ ਨੇ, ਇਹ ਇੱਕ ਹਿਸਟੋਰਿਕ ਇੰਸਟੀਟਿਊਸ਼ਨ ਹੈ। ਤੁਸੀਂ ਕਹੋਗੇ ਕਿ ਕਾਲਜ ਬਾਰੇ ਕੀ ਗੱਲ ਕਰਨੀ ਹੈ। ਅੱਜ ਹਜ਼ਾਰਾਂ ਕਾਲਜ ਬਣੇ ਨੇ, ਜਿਨ੍ਹਾਂ ਚੋਂ ਸੈਂਕੜੇ ਖਾਲਸਾ ਕਾਲਜ ਸਿੱਖਾਂ ਦੇ ਵੀ ਹੈਗੇ ਨੇ। ਪਰ ਇਹ ਹੈ ਕਿ ਦਿਸ ਵਾਜ਼ ਨਾਟ ਏ ਰਨ ਆਫ ਦੀ ਮਿਲ, ਕੋਈ ਸਧਾਰਨ ਕਾਲਜ ਨਹੀਂ ਸੀ। ਇਸ ਦੇ ਵਿੱਚ ਸਾਡੀ ਹਿਸਟਰੀ, ਸਾਡਾ ਕਲਚਰ, ਸਾਡਾ ਧਰਮ ਔਰ ਬਹੁਤ ਸਾਰੀਆਂ ਚੀਜ਼ਾਂ ਦਾ ਸੰਬੰਧ ਹੈ। ਔਰ ਇਸ ਨੂੰ ਵਰਲਡ ਵਿੱਚ ਇੱਕ ਹੈਰੀਟੇਜ ਸਟੇਟਸ ਦਿੱਤਾ ਗਿਆ, ਇੰਡੀਆ ਵੱਲੋਂ ਵੀ ਔਰ ਯੂਨੈਸਕੋ ਔਰ ਦੂਸਰੀਆਂ ਬਾਡੀਜ਼ ਵੱਲੋਂ ਵੀ। ਸੋ ਮੈਂ ਆਪ ਜੀ ਨਾਲ ਇਸ ਬਾਰੇ ਗੱਲ ਕਰਾਂਗਾ ਕਿ ਇਹਦਾ ਹੈਰੀਟੇਜ ਸਟੇਟਸ ਜਿਹੜਾ ਹੈ ਉਹ ਕਿਉਂ ਹੈ। ਔਰ ਇਹਦੇ ਲਈ ਮੈਂ ਆਪਣੇ ਸਲਾਈਡਸ ਯੂਜ਼ ਕਰ ਰਿਹਾ ਹਾਂ ਤਾਂ ਕਿ ਚੀਜ਼ ਜਿਹੜੀ ਹੈ ਉਹ ਪ੍ਰੀਸਾਈਜ਼ਲੀ ਹੋ ਸਕੇ। ਹੈਰੀਟੇਜ ਜਿਸ ਤਰ੍ਹਾਂ ਆਪ ਜੀ ਨੂੰ ਹੁਣੇ ਦੱਸਿਆ ਗਿਆ, ਇਹ ਵਿਰਸਾ ਜਾਂ ਵਿਰਾਸਤ ਨੂੰ ਕਹਿੰਦੇ ਨੇ। ਔਰ ਇਹ ਵਰਡ ਜਿਹੜਾ ਹੈ ਇਨਹੈਰੀਟੈਂਸ ਤੋਂ ਆਉਂਦਾ ਹੈ। ਇਨਹੈਰੀਟੈਂਸ ਤੇ ਤੁਸੀਂ ਜਾਣਦੇ ਹੋ ਕਿ ਕੋਈ ਇੰਡੀਵਿਜੂਅਲ ਜਾਂ ਕੋਈ ਫੈਮਿਲੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਜਾਂ ਵੱਡਿਆਂ ਤੋਂ ਕੋਈ ਪ੍ਰੋਪਰਟੀ ਜਾਂ ਬਿਜ਼ਨਸ ਜਾਂ ਕੋਈ ਗੁਣ, ਕੋਈ ਰੈਪੂਟੇਸ਼ਨ ਇਨਹੈਰਿਟ ਕਰਦੀ ਹੈ। ਉਹ ਇੱਕ ਇੰਡੀਵਿਜੂਅਲ ਲੈਵਲ ਤੇ ਹੈ। ਪਰ ਹੈਰੀਟੇਜ ਉਹ ਉਸ ਜਗ੍ਹਾ ਅਸੀਂ ਵਰਤਦੇ ਹਾਂ ਵਰਡ ਜਦੋਂ ਕੋਈ ਕਮਿਊਨਿਟੀ ਜਾਂ ਕੋਈ ਪ੍ਰੋਵਿੰਸ ਜਾਂ ਕੰਟਰੀ ਆਪਣੇ ਵੱਡਿਆਂ ਤੋਂ ਜਾਂ ਉਹਨਾਂ ਦੀ ਲਿਆਕਤ, ਉਹਨਾਂ ਦੀ ਕੁਰਬਾਨੀ ਤੋਂ ਕੁਝ ਇਨਹੈਰਿਟ ਕਰਦੇ। ਕਈ ਵਾਰੀ ਇੰਨਾ ਜ਼ਿਆਦਾ ਉਸ ਦੀ ਮਹੱਤਤਾ ਹੁੰਦੀ ਕਿ ਵਰਲਡ ਵਾਈਡ ਉਸ ਦਾ ਸਿਗਨੀਫਿਕੈਂਸ ਹੁੰਦਾ। ਖਾਸ ਤੌਰ ਤੇ ਲਿਟਰੇਚਰ ਹੈ, ਆਰਟ ਹੈ, ਪੇਂਟਿੰਗਸ ਨੇ, ਜਾਂ ਆਰਕੀਟੈਕਚਰ ਹੈ ਜਿਹੜਾ ਬਿਲਡਿੰਗਸ ਦੇ ਸੰਬੰਧ ਜਿਸਦਾ ਹੈ, ਜਾਂ ਕੋਈ ਹਿਊਮਨ ਕਰੈਕਟਰਿਸਟਿਕਸ ਨੇ, ਖਾਸ ਕੌਮਾਂ ਦੇ ਖਾਸ ਗੁਣ ਵੀ ਹੁੰਦੇ ਨੇ ਜਿਹੜੇ ਸਾਰੀ ਦੁਨੀਆ ਉਹਨਾਂ ਨੂੰ ਸਤਿਕਾਰ ਕਰਦੀ ਹੈ। ਔਰ ਕੁਝ ਸੋਸ਼ਲ ਇੰਸਟੀਟਿਊਸ਼ਨ, ਸੰਸਥਾਵਾਂ ਵੀ ਹੁੰਦੀਆਂ ਨੇ। ਇਸੇ ਤਰ੍ਹਾਂ ਕੁਝ ਬਿਲਡਿੰਗਸ ਵੀ ਹੁੰਦੀਆਂ ਨੇ। ਮੈਂ ਤੁਹਾਡੇ ਨਾਲ ਸਿੱਖ ਅਰਦਾਸ ਵਿੱਚ ਜ਼ਿਕਰ ਹੁੰਦਾ ਜਿਨ੍ਹਾਂ 5 ਤਖਤਾਂ ਦਾ ਜਾਂ ਬੁੰਗਿਆਂ ਦਾ ਜਾਂ ਹੋਰ ਗੁਰਦੁਆਰਿਆਂ ਦਾ, ਜਿਨ੍ਹਾਂ ਤੋਂ ਅਸੀਂ ਕਹਿੰਦੇ ਕਿ ਸਾਨੂੰ ਵੀ ਛੋੜਿਆ ਗਿਆ, ਉਹਨਾਂ ਦੇ ਬਾਰੇ ਮੈਂ ਥੋੜੀ ਗੱਲ ਤੁਹਾਡੇ ਨਾਲ ਪਹਿਲੇ ਕਰ ਚੁੱਕਾ। ਪਰ ਮੈਂ ਅੱਜ ਜਿਹੜੀ ਗੱਲ ਕਰਨ ਲੱਗਾ ਹਾਂ ਇਹ ਸਿੱਖ ਹੈਰੀਟੇਜ ਦੇ ਨਾਲ ਰਿਲੇਟਡ ਹੈ। ਇਹ ਸਿਰਫ ਹੈਰੀਟੇਜ ਹੀ ਨਹੀਂ ਹੈ, ਇਟਸ ਪਾਰਟਿਕੂਲਰਲੀ ਫੋਕਸਡ ਔਨ ਸਿੱਖ ਹੈਰੀਟੇਜ। ਤੇ ਦੇਖੋ, ਗੁਰੂ ਸਾਹਿਬ ਨੇ, ਪੰਜਵੇਂ ਪਾਤਸ਼ਾਹ ਨੇ ਇਹ ਜਿਹੜੀ ਇੱਕ ਲਾਈਨ ਮੈਂ ਕੋਟ ਕੀਤੀ ਹੈ, ਉਸ ਵਿੱਚ ਉਹ ਕਹਿੰਦੇ ਨੇ ਕਿ ਤੁਹਾਡੇ ਪਿਓ ਦਾਦੇ ਜਿਹੜੇ ਨੇ ਉਹਨਾਂ ਨੇ ਖੋਲ ਡਿੱਠਾ ਖਜ਼ਾਨਾ, ਇੱਕ ਤੁਹਾਨੂੰ ਖਜ਼ਾਨਾ ਦਿੱਤਾ ਔਰ ਉਹ ਜਿਹੜਾ ਖਜ਼ਾਨਾ ਸੀ ਉਹ ਕੋਈ ਦੁਨਿਆਵੀ ਪ੍ਰਾਪਰਟੀ ਬਿਜ਼ਨਸ ਵਗੈਰਾ ਨਹੀਂ ਦੀ ਗੱਲ ਨਹੀਂ ਕਰ ਰਹੇ, ਨਾ ਉਹ ਕਿਸੇ ਹੋਰ ਚੀਜ਼ ਦੀ। ਉਹ ਗੱਲ ਕਰ ਰਹੇ ਨੇ ਗੁਰਬਾਣੀ ਦੀ, ਪਰਮਾਤਮਾ ਦੇ ਨਾਮ ਦੀ, ਜਿਸ ਨੂੰ ਅਸੀਂ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੱਚੀ ਬਾਣੀ ਜਿਸ ਨੂੰ ਕਹਿੰਦੇ ਹਾਂ। ਤੇ ਦੂਸਰਾ ਹੈ ਸਿੱਖ ਸਾਡੀ ਕੋਡ ਆਫ ਕੰਡਕਟ ਹੈ, ਇਹ ਸਾਡੀ ਹੈਰੀਟੇਜ ਹੈ। ਔਰ ਸਾਡੇ 5 ਤਖਤ ਜਿਸ ਤਰ੍ਹਾਂ ਮੈਂ ਆਪ ਜੀ ਨੂੰ ਕਿਹਾ, ਇਹ ਵੀ ਸਾਡੇ ਸਿੱਖ ਹੈਰੀਟੇਜ ਦਾ ਹਿੱਸਾ ਹੈ। ਔਰ ਸਿੱਖ ਗੁਰਦੁਆਰੇ ਹੋਏ, ਸਿੱਖ ਕਲਚਰ ਜਿਹੜਾ ਸਾਡਾ ਸੱਭਿਅਤਾ ਹੈ। ਔਰ ਸਭ ਤੋਂ ਇੰਪੋਰਟੈਂਟ ਗੱਲ ਸਾਡੀ ਲੈਂਗੁਏਜ, ਪੰਜਾਬੀ ਜਿਸ ਨੂੰ ਅਸੀਂ ਗੁਰਮੁਖੀ ਸਕ੍ਰਿਪਟ ਲਿਖਦੇ ਹਾਂ, ਇਹ ਸਾਰੀਆਂ ਸਾਡੇ ਸਿੱਖ ਹੈਰੀਟੇਜ ਦਾ ਇੱਕ ਬੜਾ ਅਨਿੱਖੜਵਾਂ ਅੰਗ ਹੈ। ਹਾਲਾਂਕਿ ਸਾਡਾ ਜਿਹੜਾ ਖਜ਼ਾਨਾ ਹੈ ਇਸ ਦਾ ਸੋਰਸ ਗੁਰਬਾਣੀ ਹੈ। ਸੋ ਮੈਂ ਸਭ ਤੋਂ ਪਹਿਲੇ ਉਸੇ ਦੀ ਗੱਲ ਲਿਖੀ ਹੈ ਜੋ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ। ਹੁਣ ਆਉਂਦੀ ਗੱਲ ਖਾਲਸਾ ਕਾਲਜ ਦੀ, ਤਾਂ ਇਹ ਪਹਿਲਾ ਇੱਕ ਐਸਾ ਹਿਸਟੋਰਿਕ ਐਜੂਕੇਸ਼ਨਲ ਇੰਸਟੀਟਿਊਸ਼ਨ ਸੀ, ਕਿਉਂਕਿ ਸਕੂਲ ਤਾਂ ਪਹਿਲੇ ਛੋਟੇ ਹੁੰਦੇ ਹੀ ਸੀਗੇ, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਵੀ ਚੱਲੇ ਆ ਰਹੇ ਸਨ। ਪਰ ਇੱਕ ਹਾਈ ਲੈਵਲ ਦਾ
सिख एजुकेशनल इंस्टीट्यूशन जिहड़ा है ये पहला सी। और ਇਹਦਾ ਜਿਹੜਾ ਇੱਕ ਮਕਸਦ ਸੀ ਇਸਦਾ, ਇਹ ਕੋਈ ਬਿਜ਼ਨਸ ਐਂਟਰਪ੍ਰਾਈਜ਼ ਨਹੀਂ ਸੀ ਜਿਸ ਤਰ੍ਹਾਂ ਕਿ ਅੱਜ ਕਈ ਜਗ੍ਹਾ ਤੇ ਹੈਗਾ ਕਿ ਲੋਕੀ ਕਾਲਜ ਖੋਲ ਲੈਂਦੇ ਨੇ ਪੈਸੇ ਕਮਾਉਣ ਲਈ। ਇਹ ਉਹ ਜਿਹੀ ਗੱਲ ਨਹੀਂ ਸੀ ਉਸ ਵੇਲੇ। ਇਹ ਤਾਂ ਇੱਕ ਪਾਰਟਿਕੂਲਰ ਮੋਟੋ ਸੀ, ਇੱਕ ਵਿਜ਼ਨ ਸੀ, ਐਂਡ ਦੇ ਵਰਕਡ ਔਨ ਅ ਸਰਟਨ ਮਿਸ਼ਨ। ਉਹ ਮਿਸ਼ਨ ਇਹ ਸੀ ਟੂ ਪ੍ਰੋਟੈਕਟ ਦ ਸਿੱਖ ਹੈਰੀਟੇਜ। ਜਿਸ ਤਰ੍ਹਾਂ ਮੈਂ ਆਪ ਜੀ ਨੂੰ ਹੁਣੇ ਦੱਸ ਕੇ ਹਟਿਆ ਕਿ ਸਿੱਖ ਹੈਰੀਟੇਜ ਕੀ ਹੈ, ਉਸ ਨੂੰ ਪ੍ਰੋਟੈਕਟ ਕਰਨਾ ਸੀ। ਔਰ ਸਿੱਖ ਵੈਲਿਊਜ਼ ਜਿਹੜੀਆਂ ਸੀ ਉਸ ਵਕਤ ਉਹਨਾਂ ਦੇ ਬਹੁਤ ਉਹਨਾਂ ਦਾ ਨੁਕਸਾਨ ਹੋ ਰਿਹਾ ਸੀ, ਉਸ ਨੂੰ ਬਚਾਉਣ। ਔਰ ਇਹ ਸਭ ਹੋਇਆ 1850 ਵਿੱਚ ਸਿੱਖ ਐਮਪਾਇਰ ਦਾ ਡਾਊਨਫਾਲ ਹੋਇਆ ਸੀ, ਕਿਉਂਕਿ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੁੰਦੀ ਹੈ। ਉਸ ਤੋਂ ਬਾਅਦ ਅਗਲੇ 10-11 ਸਾਲਾਂ ਦੇ ਵਿੱਚ ਜਿਹੜੇ ਅੰਗਰੇਜ਼ਾਂ ਨੇ ਹੌਲੀ ਹੌਲੀ ਕਰਕੇ ਜਿਹੜਾ ਸਿੱਖ ਰਾਜ ਤੇ ਕਬਜ਼ਾ ਕਰ ਲਿਆ, ਔਰ ਨਾਲ ਹੀ ਨਾਲ ਉਹਨਾਂ ਨੇ ਸਿੱਖੀ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਹਿਲੇ। ਹੁਣ ਮੈਂ ਅਗਲੀ ਤੁਹਾਨੂੰ ਦੱਸਦਾ ਕਿ ਇਸ ਡਾਊਨਫਾਲ ਦਾ ਸਿੱਖ ਸਮਾਜ ਉੱਤੇ ਕੀ ਅਸਰ ਪਿਆ ਤੇ ਇਸ ਦੇ ਮੰਤਵ ਕੀ ਸੀ ਕਾਲਜ ਨੂੰ ਬਣਾਉਣ ਦੇ। ਮੰਤਵ ਕੀ ਸੀ, ਟੀਚੇ ਕੀ ਸੀ, ਇਸ ਦੇ ਏਮਸ ਆਬਜੈਕਟਿਵਸ ਕੀ ਸੀ। ਸੋ ਮੈਂ ਪਹਿਲੀ ਗੱਲ ਇਹ ਦੱਸਣ ਲਿਖੀ ਹੈ ਕਿ ਸਿੱਖਾਂ ਦਾ ਆਪਣੀ ਸਭਿਅਤਾ ਮੁਤਾਬਕ, ਆਪਣੀ ਹੈਰੀਟੇਜ ਮੁਤਾਬਕ ਕੋਈ ਵੱਖਰਾ ਕਾਲਜ ਨਹੀਂ ਸੀ। ਇਹ ਬਣਾਉਣਾ ਉਹਨਾਂ ਦਾ ਇੱਕ ਮੰਤਵ ਸੀ। ਸਿੱਖ ਇਤਿਹਾਸ, ਧਰਮ ਔਰ ਸਭਿਅਤਾ ਜਾਂ ਭਾਸ਼ਾ ਇਹ ਉਸ ਵਕਤ ਅਲੋਪ ਹੋਣੇ ਸ਼ੁਰੂ ਹੋ ਗਏ ਸਨ। ਕਿਉਂ? ਹੋਰਨਾਂ ਧਰਮਾਂ ਦੇ ਔਰ ਖਾਸ ਤੌਰ ਤੇ ਅੰਗਰੇਜ਼ਾਂ ਦਾ ਅਸਰ ਬਹੁਤ ਜ਼ਿਆਦਾ ਪ੍ਰਭਾਵੀ ਹੋ ਚੁੱਕਾ ਸੀ। ਸੋ ਇਹਨਾਂ ਨੂੰ ਅਲੋਪ ਹੋਣ ਤੋਂ ਬਚਾਉਣਾ ਵੀ ਇਸ ਦਾ ਇੱਕ ਆਬਜੈਕਟਿਵ ਸੀ, ਕਿਉਂਕਿ ਉਸ ਵਕਤ ਇੱਕ ਰੋਲ ਮਾਡਲ ਸਾਡੇ ਸਾਹਮਣੇ ਆ ਗਿਆ ਕਿ ਜਿਹੜੇ ਆਖਰੀ ਮਹਾਰਾਜਾ ਸਨ ਪੰਜਾਬ ਦੇ 150 ਸਾਲ ਦੇ ਰਾਜ ਤੋਂ ਬਾਅਦ, ਜਿਸ ਵੇਲੇ ਇਸ ਰਾਜ ਦਾ ਪਤਨ ਹੋਇਆ ਤਾਂ ਮਹਾਰਾਜਾ ਦਲੀਪ ਸਿੰਘ ਉਸ ਵਕਤ ਈਸਾਈ ਬਣ ਚੁੱਕਾ ਸੀ। ਉਸ ਨੂੰ ਅੰਗਰੇਜ਼ ਇੰਗਲੈਂਡ ਲਿਜਾ ਚੁੱਕੇ ਸਨ, ਉੱਥੇ ਅੰਗਰੇਜ਼ ਲੜਕੀ ਨਾਲ ਦੀ ਸ਼ਾਦੀ ਵੀ ਕਰ ਦਿੱਤੀ ਸੀ। ਤਾਂ ਉਹ ਇੱਕ ਸਿੱਖ ਯੂਥ ਵਾਸਤੇ ਇੱਕ ਰੋਲ ਮਾਡਲ ਬਣ ਗਿਆ। ਹੌਲੀ ਹੌਲੀ ਪਾਦਰੀਆਂ ਨੇ ਔਰ ਹੋਰ ਕਈ ਧਰਮਾਂ ਦੇ ਲੋਕਾਂ ਨੇ ਸਿੱਖਾਂ ਦੇ ਖਿਲਾਫ ਝੂਠੇ ਪ੍ਰਚਾਰ ਕਰਨੇ ਸ਼ੁਰੂ ਕਰ ਦਿੱਤੇ। ਕਈ ਕਿਸਮ ਦਾ ਕੂੜ ਪ੍ਰਚਾਰ ਜਿਹੜਾ ਸੀ ਉਸ ਨੂੰ ਰੋਕਣ ਦੀ ਲੋੜ ਪੈ ਗਈ, ਔਰ ਕਈ ਸਿੱਖ ਵਿਚਾਰਵਾਨਾਂ ਦੇ ਮਨ 'ਚ ਖਿਆਲ ਆਇਆ ਕਿ ਇਹ ਤੇ ਸਾਡੀ ਸਭਿਅਤਾ ਨੂੰ, ਸਾਡੇ ਕਲਚਰ ਨੂੰ ਤਬਾਹ ਕਰੀ ਜਾ ਰਹੇ ਨੇ। ਔਰ ਨਵੀਂ ਪੀੜ੍ਹੀ ਨੂੰ ਉਹਨਾਂ ਲੋਕਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਕੇਸ ਵੀ ਕਟਾਣੇ ਸ਼ੁਰੂ ਕਰ ਦਿੱਤੇ ਔਰ ਹੋਰ ਕਈ ਮਾੜੇ ਕੰਮ ਸ਼ੁਰੂ ਕਰ ਦਿੱਤੇ। ਸੋ ਉਹਨਾਂ ਚੋਂ ਥੋੜੇ ਬਹੁਤ ਕੋਈ ਵਿਦਵਾਨ ਜਾਂ ਕੋਈ ਅਫਸਰ ਭਰਤੀ ਹੁੰਦੇ ਸਨ ਉਸ ਵੇਲੇ ਵੀ, ਪਰ ਜਾਂ ਕੋਈ ਹੋਰ ਕੁਝ ਕਹਿ ਕੇ ਖੁਸ਼ੀ ਮਹਿਸੂਸ ਕਰਦੇ ਸੀ। ਸੋ ਇਸ ਟ੍ਰੈਂਡ ਨੂੰ ਰੋਕਣ ਵਾਸਤੇ ਕਿ ਜਿਸ ਦੇ ਨਾਲ ਸਿੱਖਾਂ ਦੀ ਆਉਣ ਵਾਲੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਸਿੱਖੀ ਤੋਂ ਦੂਰ ਨਾ ਹੋਵੇ, ਇਹ ਦਿਸ ਵਾਸ ਦੀ ਪਰਪਸ ਆਫ ਐਸਟੈਬਲਿਸ਼ਿੰਗ ਦਿਸ ਕਾਲਜ। ਇਹ ਕੋਈ ਇਸ ਕਰਕੇ ਸਧਾਰਨ ਕਾਲਜ ਨਹੀਂ ਸਮਝਿਆ ਜਾ ਸਕਦਾ, ਇਹਦਾ ਇੱਕ ਬੜਾ ਵੱਡਾ ਪਰਪਸ ਸੀ, ਇਹਦੇ ਸਾਹਮਣੇ ਮੋਟੋ ਸੀ। ਇਹ ਜਸਟ ਟੂ ਸ਼ੋ ਯੂ ਇਹ ਰੀਸੈਂਟ ਫੋਟੋਗ੍ਰਾਫ ਕਿ ਇਸ ਦੀ ਖੂਬਸੂਰਤੀ ਤੁਸੀਂ ਦੇਖ ਸਕਦੇ ਹੋ, ਔਰ ਇਸ ਨੂੰ ਹਿਸਟੋਰਿਕ ਸਟੇਟਸ ਮਿਲਿਆ, ਹੈਰੀਟੇਜ ਸਟੇਟਸ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਇੰਡੀਆ ਵੱਲੋਂ, ਆਰਕੀਓਲੋਜੀਕਲ ਡਿਪਾਰਟਮੈਂਟ ਵੱਲੋਂ ਔਰ ਯੂਨੈਸਕੋ ਔਰ ਹੋਰ ਕਈ ਬਾਡੀਜ਼ ਵੱਲੋਂ, ਕਿਉਂਕਿ ਇਹਦੇ ਨਾਲ ਦੀ ਯੂਨੀਕ ਬਿਲਡਿੰਗਸ ਦੁਨੀਆ 'ਚ ਬਹੁਤ ਘੱਟ ਨੇ। ਔਰ ਇਸ ਦਾ ਨਾਂ ਜਦੋਂ ਰੱਖਿਆ ਗਿਆ ਸੀ ਖਾਲਸਾ ਕਾਲਜ, ਉਸ ਵਕਤ ਪਹਿਲੇ ਇਸ ਦੇ ਬਾਰੇ ਬਹੁਤ ਸਾਰੇ ਲੋਕਾਂ ਨੇ ਇਤਰਾਜ਼ ਕੀਤਾ ਕਿ ਜੀ ਇਹ ਸਿੱਖਾਂ ਦਾ ਕਾਲਜ ਹੈ। ਹਾਲਾਂਕਿ ਉਸ ਵਕਤ ਬਨਾਰਸ ਵਿੱਚ ਔਰ ਅਲੀਗੜ੍ਹ ਦੇ ਵਿੱਚ ਦੂਸਰੇ ਮਜ਼ਹਬਾਂ ਦੇ ਉਸ ਪਾਸੇ ਮਦਰਸੇ ਜਾਂ ਕੋਈ ਹੋਰ ਪਾਠਸ਼ਾਲਾਵਾਂ ਵਗੈਰਾ ਚੱਲਦੀਆਂ ਸਨ, ਪਰ ਇਹਦੇ ਉੱਤੇ ਲੋਕਾਂ ਨੂੰ ਕਾਫੀ ਇਤਰਾਜ਼ ਹੋਇਆ। ਪਰ ਉਸ ਵਕਤ ਦੀ ਖਾਸ ਗੱਲ ਇਹ ਹੋਈ
कि जिस वक्त वर्ल्ड वार्स शुरू हुई उस वक्त अंग्रेज़ों को लगा कि ये एक कौम ऐसी है जिस दे विचों सानू बड़े बहादुर और यानी निडर किस्म के सूरवीर योद्धे फाइटर्स मिल सकते हैं। ये सोच के फिर उन्होंने अपना ट्रेंड बदलना शुरू किया और जिहड़ा उस वेले गवर्नर जनरल सी उसने इस सपोर्ट किया इस आइडिया नू कि तुसी बनाओ और असीं तुहानू हेल्प करांगे। सो ये पहला एक सिख इंस्टीट्यूशन सी जिहड़ा हायर एजुकेशन दे वास्ते बढ़िया। अच्छा, दी फाउंडेशन स्टोन इस दा जिहड़ा सी ਉਹ ਜਿਸ ਤਰ੍ਹਾਂ ਮੈਂ ਕਿਹਾ ਕਿ ਸਰ ਜੇਮਸ ਬ੍ਰੌਡਵੁੱਡ ਲਾਇਲ ਜਿਹੜਾ ਸੀ ਨਾਈਟ ਕਮਾਂਡਰ ਆਫ ਦੀ ਐਮਪਾਇਰ, ਉਹ ਉਸ ਵੇਲੇ ਲੈਫਟੀਨੈਂਟ ਗਵਰਨਰ ਸੀ ਪੰਜਾਬ ਦਾ, ਉਸਨੇ ਮਾਰਚ 1892 ਵਿੱਚ ਰੱਖਿਆ ਔਰ ਉਸ ਵਕਤ ਕੁਈਨ ਵਿਕਟੋਰੀਆ ਸ਼ੀ ਵਾਸ ਦੀ ਰੇਨਿੰਗ ਕੁਈਨ ਜਿਸ ਦੇ ਅੰਡਰ ਇੰਡੀਆ ਉਸ ਵੇਲੇ ਸੀਗਾ। ਇਸੇ ਨੂੰ ਉਹਨਾਂ ਨੇ ਪੰਜਾਬੀ 'ਚ ਵੀ ਲਿਖਿਆ ਪਰ ਉਹਦੇ 'ਚ ਥੱਲੇ ਉਹਨਾਂ ਨੇ उसके मुताबिक यानी लिखा है कि गुरु नानक देव जी का संमत जोड़ा वो 423 इस पंजाबी लिखा, हालांकि उसकी लैंग्वेज रोमन है पर ये वर्ड्स पंजाबी दे ने। ऊपर एक ओंकार सतगुर प्रसाद विद्या विचारी ता परोपकारी, बाकी वही गल। हुण मैं तुहानूं दसांगा कि इसकी इतिहासक महत्ता की सी। ये जिहड़ी जगह है ये पहले खाली जगह सी, इत्थे कोई भी बिल्डिंग नहीं सी, कुछ नहीं सी, वाहण वाली जगह सी, खेत सन और इस जगह की भी एक अपनी इंपॉर्टेंस है। सन 1634 विच साहिब श्री गुरु हरगोबिंद जी ने इत्थे अपनी पहली लड़ाई लड़ी सी, उन्होंने बैटल ऑफ अमृतसर कहते हैं और उहदे विच एक जिहड़ा उस वक्त जहांगीर ने भेजा सी जनरल मुखलिस खान, उसनूं कहा जाता सी कि बहुत बहादुर है, तो गुरु साहब वो 7000 फौज लैके उत्थे आया सी और उन्होंने ये कहा सी भी तुसीं दरबार साहब और जिहड़े दूसरे इन्हां दे धार्मिक जगह ने इन्हां नूं खत्म कर दिओ ताकि ये ग्रो ना कर सकन। तो उस लड़ाई दे विच सब तो पहली गल ये हुई कि शुरू हुंदियां सारी गुरु हरगोबिंद साहब ने अपनी तलवार के नाल इको ही वार किया। वो हिस्टरी दे विच आ गई गल कि एक वार नाल उन्होंने मुखलिस खान की गर्दन उतारती और उस तो बाद हालांकि गुरु साहब को बड़ी छोटी जी फौज सी उस वे, बाद च उन्होंने उसनूं 2200 किया। उस वे कोई 600-700 सिख सन उन्होंने कोल फौज च, उन्होंने 7000 फौज नूं उत्थों हरा के भजा दिता। ये उस जगह की हिस्टोरिक एक इवेंट है जिहड़ा उत्थे होया। और दूसरी कुछ होर गल्लां ने इस कॉलेज के बनने तो बाद इसकी इंपॉर्टेंस क्यों वधी। एक तो यह सी कि लाहौर दे विच ओरिएंटल कॉलेज उस वेले सीगा खालसा कॉलेज के बनने तो पहले, पर वो एक गवर्नमेंट कॉलेज सी और जे तुसी लाहौर तो दिल्ली तक जाओ तो उस वक्त नॉर्थ इंडिया विच होर कोई कॉलेज विचकार नहीं सी आंदा। दिस वाज द ओनली कॉलेज इन बिटवीन दीज टू सिटीज़। फिर इस कॉलेज नूं सपोर्ट देण लई पैसा भी लैना सी, सपोर्ट भी देनी सी और लोकां दी अपोजिशन नूं भी फेस करना सी। इसलिए जिहड़ा गवर्नर जनरल सी उसने लॉर्ड कर्जन नूं जिहड़ा उस वेले वॉइस रॉय सी उसनूं स्पैशली बुलाया। ही वाज द गवर्नर जनरल ऑफ इंडिया, उसने उन्हां नूं बुलाया। फिर किंग एडवर्ड द 8th जिस वक्त आए प्रिंस ऑफ वेल्स इत्थे, उसनूं भी 1905 विच लेफ्टिनेंट गवर्नर ने स्पेशली बुलाया टू गिव इंपॉर्टेंस टू द सिक्स एंड द एजुकेशन ऑफ द सिक्स, क्योंकि उन्होंने ये लगा कि मैनू अगर एक अच्छा सिख कॉलेज बना दिया तो सिखां की सपोर्ट वार विच भी मिलेगी और मैनू पढ़े लिखे सिख अफसर भी मिल सकते हैं आर्मी या दूसरिया फौजा वास्ते। इस तो इलावा 1919 तुहानू पता है कि जलियांवाला बाग की ट्रैजेडी हुई सी। उस मैसेकर तो बाद एक साल बाद गांधी भी इत्थे आया सी और उसने आके ये कहा कि हिंदुस्तान की आज़ादी की लड़ाई का यह पहला मोर्चा सी जो सिखा ने फतेह कर लिया।
और जिस वक्त 1947 ਵਿੱਚ ਪਾਰਟੀਸ਼ਨ ਹੋਈ ਹੈ ਇੰਡੀਆ ਔਰ ਪਾਕਿਸਤਾਨ ਦੀ, ਉਸ ਵਕਤ ਜਿਹੜੇ ਰਿਫਿਊਜੀ ਉੱਥੋਂ ਜਾਨ ਬਚਾ ਕੇ ਆ ਗਏ ਪਾਕਿਸਤਾਨ, ਉਸ ਲਾਹੌਰ ਤੋਂ ਇੰਡੀਆ ਵੱਲ, ਉਹਨਾਂ ਦਾ ਸਭ ਤੋਂ ਪਹਿਲਾ ਪੜਾਅ ਜਿਹੜਾ ਸੀ, ਉਹਨਾਂ ਦਾ ਰਿਫਿਊਜੀ ਕੈਂਪ ਜਿਹੜਾ ਸੀ, ਉਹ ਖਾਲਸਾ ਕਾਲਜ ਅੰਮ੍ਰਿਤਸਰ 'ਚ ਬਣਿਆ ਸੀ। ਔਰ ਦਿਸ ਵਾਸ ਦੀ ਬਿਗੇਸਟ ਐਵਰ ਕੈਂਪ, ਜਿੱਥੇ ਉਹਨਾਂ ਨੂੰ ਰਿਹਾਇਸ਼ ਦਿੱਤੀ ਗਈ, ਖਾਣਾ ਪੀਣਾ ਹਰ ਕੁਝ ਦਿੱਤਾ ਗਿਆ। ਸੋ ਇੱਥੋਂ ਇਹਨਾਂ ਦਾ ਸੇਵਾ ਦਾ ਇੱਕ ਮੁਹਿੰਮ ਸ਼ੁਰੂ ਹੋਈ। ਇਸ ਨੂੰ ਬਣਾਉਣ ਵਾਸਤੇ 1890 ਵਿੱਚ, ਯਾਨੀ ਫਾਊਂਡੇਸ਼ਨ ਤੋਂ 2 ਸਾਲ ਪਹਿਲੇ, ਇੱਕ ਕਮੇਟੀ ਬਣਾਈ ਗਈ ਸੀ ਜਿਹਦਾ ਨਾਮ ਰੱਖਿਆ ਗਿਆ ਸੀ ਸਪੈਸ਼ਲੀ ਖਾਲਸਾ ਕਾਲਜ ਐਸਟੈਬਲਿਸ਼ਮੈਂਟ ਕਮੇਟੀ। ਉਹਦੇ ਵਿੱਚ ਟੋਟਲ 121 ਮੈਂਬਰਸ ਔਰ ਬੜੇ ਸਿਰ ਕੱਢ ਉਸ ਵਕਤ ਦੇ ਲੋਕ ਸਨ, ਜਿਹਦੇ ਵਿੱਚ ਖਾਸ ਤੌਰ ਤੇ ਸਿੰਘ ਸਭਾ, ਜਿਹੜੀ ਉਸ ਵੇਲੇ ਲਹਿਰ ਚੱਲੀ ਸੀ ਕਿ ਅਸੀਂ ਆਪਣੇ ਧਰਮ ਨੂੰ ਬਚਾਉਣਾ, ਉਸ ਕੰਮ ਲਈ ਸਿੰਘ ਸਭਾ ਦੀ ਲਹਿਰ ਚੱਲੀ ਸੀ। ਦੂਸਰੀ ਲਹਿਰ ਚੱਲੀ ਸੀ ਖਾਲਸਾ ਦੀਵਾਨ ਦੀ। ਖਾਲਸਾ ਦੀਵਾਨ ਔਰ ਸਿੰਘ ਸਭਾ ਦੇ ਜਿਹੜੇ ਪ੍ਰਮੁੱਖ ਜਿੰਨੇ ਵੀ ਲੀਡਰ ਸਨ, ਉਹ ਸਾਰੇ ਲੀਡਰ ਇਸ ਦੇ ਮੈਂਬਰ ਸਨ। ਸੋ ਕਾਫੀ ਗਿਣਤੀ ਵਿੱਚ ਉਹ ਬੰਦੇ ਇਸ ਦੇ ਵਿੱਚ ਸਨ, ਕਿਉਂਕਿ ਉਸ ਵਕਤ ਹਰ ਸ਼ਹਿਰ ਦੇ ਵਿੱਚ ਵੱਖਰਾ ਇੱਕ ਖਾਲਸਾ ਦੀਵਾਨ ਹੁੰਦਾ ਸੀ। ਲਾਹੌਰ ਦੇ ਵਿੱਚ ਹੋਰ ਸੀ, ਸਿਆਲਕੋਟ 'ਚ ਹੋਰ ਸੀ, ਇਸੇ ਤਰ੍ਹਾਂ ਅੰਮ੍ਰਿਤਸਰ 'ਚ ਹੋਰ ਸੀ, ਐਟਸੈਟਰਾ। ਤਾਂ ਉਹਨਾਂ ਦੀ ਗਿਣਤੀ ਕਾਫੀ ਸੀ। ਬੜੇ ਅੱਛੇ ਸਕਾਲਰ ਜਿਹੜੇ ਕਮਿਟਡ ਗੁਰਸਿੱਖ ਸਨ, ਉਹ ਇਸ ਦੇ ਮੈਂਬਰ ਔਰ ਇਸ ਦੇ ਲੀਡਰਸ ਬਣੇ ਇਸ ਕਮੇਟੀ ਦੇ। ਖਾਸ ਤੌਰ ਤੇ ਮੈਂ 2-4 ਨਾਂ ਲਿਖੇ ਨੇ। ਇੱਕ ਭਾਈ ਕਾਹਨ ਸਿੰਘ ਜੀ ਨਾਭਾ, ਜਿਨ੍ਹਾਂ ਨੇ ਬਹੁਤ ਸਾਰਾ ਉੱਤਮ ਸਿੱਖ ਲਿਟਰੇਚਰ ਲਿਖਿਆ, ਉਹ ਮਹਾਨ ਇੱਕ ਸਿੱਖ ਵਿਦਵਾਨ ਸਨ, ਉਹ ਇਸ ਦੇ ਲੀਡਰ ਸਨ। ਇਸ ਤਰ੍ਹਾਂ ਪੰਜਾਬ ਵਿੱਚ ਜਿਹੜੀਆਂ ਰਿਆਸਤਾਂ ਸਨ, ਪਟਿਆਲਾ, ਫਰੀਦਕੋਟ, ਦੂਸਰੀਆਂ, ਉਹਨਾਂ ਦੇ ਜਿੰਨੇ ਵੀ ਮਹਾਰਾਜੇ ਸਨ ਉਸ ਟਾਈਮ ਦੇ ਸਿੱਖ, ਉਹਨਾਂ ਨੂੰ ਵੀ ਸਤਿਕਾਰ ਲਈ ਇਹਨਾਂ ਦੇ ਸਲਾਹਕਾਰ ਬਣਾਇਆ ਗਿਆ। ਉਹ ਵੀ ਇੱਕ ਕਿਸਮ ਦੇ ਨਾਲ ਮੈਂਬਰ ਸਨ। ਤੇ ਇੱਕ ਸਰਦਾਰ ਬਹਾਦਰ ਸਰ ਅਤਰ ਸਿੰਘ, ਉਹ ਇਸ ਦੇ ਬੜੇ ਸਿਰਕੱਢ ਲੀਡਰ ਸਨ। ਨਾਈਟ ਕਮਾਂਡਰ ਆਫ ਦੀ ਇੰਡੀਅਨ ਐਮਪਾਇਰ, KCI, ਉਹਨਾਂ ਨੂੰ ਸਰ ਦਾ ਖਿਤਾਬ ਮਿਲਿਆ ਸੀ। ਇਸੇ ਤਰ੍ਹਾਂ ਸਰਦਾਰ ਸਰ ਖੇਮ ਸਿੰਘ ਬੇਦੀ, ਇਹਨਾਂ ਨੂੰ ਵੀ ਨਾਈਟਹੁੱਡ ਕੀਤਾ ਗਿਆ ਸੀ। ਔਰ ਇਹ ਗੁਰੂ ਨਾਨਕ ਦੇਵ ਜੀ ਦੇ ਵੰਸ਼ ਵਿੱਚੋਂ ਕਲੇਮ ਕਰਦੇ ਸੀ ਕਿ ਮੈਂ ਉਸ ਖਾਨਦਾਨ ਦੇ ਵਿੱਚੋਂ, ਉਹ ਵੰਸ਼ਜ ਸਨ। ਸੋ ਇਹ ਸਨ। ਔਰ ਇਸ ਦੇ ਨਾਲ ਉਹਨਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਉਸ ਵੇਲੇ ਦੇ ਪ੍ਰਮੁੱਖ ਜਿਹੜੇ ਸਨ, ਸਰਦਾਰ ਮਾਨ ਸਿੰਘ, ਉਹਨਾਂ ਨੂੰ ਇਹਨਾਂ ਨਾਲ ਐਸੋਸੀਏਟ ਕੀਤਾ। ਔਰ 2 ਅੰਗਰੇਜ਼ ਅਫਸਰ ਵੀ ਉਸ ਦੇ ਵਿੱਚ ਉਹਨਾਂ ਨੇ ਲਏ। ਇੱਕ ਦਾ ਸੰਬੰਧ ਕਰਨਲ ਹਲਰਾਈਡ ਜਿਹੜੇ ਸਨ, ਉਹ ਪੰਜਾਬ ਦੇ ਪੂਰਾ ਪੰਜਾਬ ਜਿਹੜਾ ਉਸ ਵੇਲੇ ਈਸਟ ਐਂਡ ਵੈਸਟ ਦੋਨਾਂ ਨੂੰ ਮਿਲਾ ਕੇ ਜਿਹੜਾ ਸੀ, ਉਸ ਦੇ ਉਹ ਚੀਫ ਐਜੂਕੇਸ਼ਨ ਆਫਿਸਰ ਸੀ, ਜਿਹਨੂੰ ਅੱਜ ਕੱਲ੍ਹ DPI ਡਿਸਟ੍ਰਿਕਟ ਆਪਣਾ ਪਬਲਿਕ ਇੰਸਟਰਕਸ਼ਨ ਦਾ ਡਾਇਰੈਕਟਰ ਪਬਲਿਕ ਇੰਸਟਰਕਸ਼ਨ ਕਿਹਾ ਜਾਂਦਾ। ਔਰ ਜਿਹੜਾ ਗਵਰਨਮੈਂਟ ਕਾਲਜ ਜਿਹਦਾ ਮੈਂ ਜ਼ਿਕਰ ਕੀਤਾ ਲਾਹੌਰ ਵਿੱਚ, ਉਹਦੇ ਵੀ ਇੱਕ ਅੰਗਰੇਜ਼ ਪ੍ਰਿੰਸੀਪਲ ਸੀ, ਉਹਨਾਂ ਨੂੰ ਵੀ ਨਾਲ ਐਸੋਸੀਏਟ ਕੀਤਾ ਗਿਆ। ਸੋ ਇਹ ਇੱਕ ਬੜੀ ਵੱਡੀ ਕਮੇਟੀ ਇਸ ਕਰਕੇ ਬਣੀ ਸੀ ਕਿ ਇਸ ਦੇ ਵਿੱਚ ਸਾਰੇ ਪੱਖ ਹਨ। ਇੰਗਲਿਸ਼ ਐਜੂਕੇਸ਼ਨ ਵੀ ਆਵੇ, ਸਿੱਖਾਂ ਦੀ ਐਜੂਕੇਸ਼ਨ ਪੰਜਾਬੀ ਵੀ ਆਵੇ, ਸਿੱਖ ਕਲਚਰ, ਲਿਟਰੇਚਰ, ਹਿਸਟਰੀ, ਸਾਰੀਆਂ ਚੀਜ਼ਾਂ ਹਨ। ਔਰ ਸਿੱਖਾਂ ਨੂੰ ਖਾਸ ਤੌਰ ਤੇ ਨੌਜਵਾਨ ਬੱਚਿਆਂ ਨੂੰ ਉਹਨਾਂ ਦੇ ਕਲਚਰ, ਉਹਨਾਂ ਦੀ ਸੱਭਿਅਤਾ ਬਾਰੇ ਜਾਣੂ ਰੱਖਿਆ ਜਾਏ। ਇਸ ਵਿੱਚ 2 ਸੱਜਣਾਂ ਦੇ ਨਾਂ ਜਿਹੜੇ ਨੇ ਉਹ ਜ਼ਿਆਦਾ ਪ੍ਰੋਮੀਨੈਂਟ ਨੇ। ਇੱਕ ਤਾਂ ਗਿਆਨੀ ਦਿੱਤ ਸਿੰਘ ਤੇ ਇੱਕ ਪ੍ਰੋਫੈਸਰ ਗੁਰਮੁਖ ਸਿੰਘ। ਪ੍ਰੋਫੈਸਰ ਗੁਰਮੁਖ ਸਿੰਘ ਤਾਂ ਲਾਹੌਰ ਓਰੀਐਂਟਲ ਕਾਲਜ ਵਿੱਚ ਪੜ੍ਹਾਉਂਦੇ ਸਨ ਔਰ ਬੜੇ ਫੇਮਸ ਸਨ ਆਪਣੀ ਵਿਦਵਤਾ ਕਰਕੇ। ਤੇ ਗਿਆਨੀ ਦਿੱਤ ਸਿੰਘ ਜਿਹੜੇ ਸਨ, ਇਹ ਵੀ ਸਿੰਘ ਸਭਾ ਲਹਿਰ ਦੇ ਆਗੂਆਂ ਵਿੱਚੋਂ ਸੀ। ਇਹਨਾਂ ਦੇ ਬਾਰੇ ਜ਼ਿਆਦਾ ਕਿਹਾ ਜਾਂਦਾ ਹੈ ਕਿ ਇਹਨਾਂ ਨੇ ਆਪਣਾ ਸਾਰਾ ਜੀਵਨ ਕਈ ਤਰ੍ਹਾਂ ਦੇ ਮੁਸ਼ਕਲਾਂ ਸਹੇੜ ਕੇ ਔਰ ਉਹਨਾਂ ਨੂੰ ਬਰਦਾਸ਼ਤ ਕਰਕੇ ਖਾਲਸਾ ਕਾਲਜ ਨੂੰ ਬਣਾਉਣ ਦੇ ਉੱਤੇ ਲਗਾਤੀ। ਹੁਣ ਗਿਆਨੀ ਦਿੱਤ ਸਿੰਘ ਔਰ ਗੁਰਮੁਖ ਸਿੰਘ ਦੇ ਬਾਰੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਇੱਕ ਸਿੱਖਾਂ ਦੀ ਰੈਨੇਸਾਂਸ ਜਿਹੜੀ ਸੀ, ਇੱਕ ਮੁੜ ਕੇ ਜਿਹੜੀ ਜਾਗਰਤੀ ਸੀ ਸਿੱਖ ਕੌਮ ਦੇ ਵਿੱਚ, ਮਹਾਰਾਜਾ ਰਣਜੀਤ ਸਿੰਘ ਦੇ ਡਾਊਨਫਾਲ ਤੋਂ ਬਾਅਦ ਜਿਹੜੀ ਆਈ 40-50 ਸਾਲ, ਉਸ ਜਾਗਰਤੀ ਦੇ ਇਹ ਦੋਨੋਂ ਬੜੇ ਵੱਡੇ ਲੀਡਰ ਸਨ। ਔਰ ਇਹਨਾਂ ਨੇ, ਇਹ ਗੁਰਦਿੱਤ ਸਿੰਘ ਜੀ ਹਿਸਟੋਰੀਅਨ ਸਨ, 71 ਕਿਤਾਬਾਂ ਲਿਖੀਆਂ ਹੋਈਆਂ ਸੀ ਉਹਨਾਂ ਨੇ।
ਸਿੱਖੀਜ਼ਮ ਦਾ ਹਰ ਐਸਪੈਕਟ ਦੇ ਉੱਤੇ। ਔਰ ਇਹ ਉਹ ਯਾਨੀ ਕਰੇਜੀਅਸ ਸਿੱਖ ਸਨ ਕਿ ਉਸ ਵਕਤ ਮਹੰਤਾਂ ਨੇ ਬੜਾ ਆਪਣਾ ਗਲਬਾ ਪਾਇਆ ਹੋਇਆ ਸੀ ਦਰਬਾਰ ਸਾਹਿਬ ਦੇ ਉੱਤੇ। ਔਰ ਪਰਿਕਰਮਾ ਦੇ ਵਿੱਚ ਕਈ ਤਰ੍ਹਾਂ ਦੇ ਹਿੰਦੂ ਸੰਸਥਾਵਾਂ ਨੇ ਕਈ ਤਰ੍ਹਾਂ ਦੀਆਂ ਮੂਰਤੀਆਂ ਲਿਆ ਕੇ ਤੇ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਸਜਾਤੀਆਂ ਸੀ। ਉਹ ਇਹ ਕਹਿੰਦੇ ਸੀ ਕਿ ਇਹਦਾ ਨਾਂ ਹਰੀ ਮੰਦਿਰ ਹੈ ਤੇ ਮੰਦਿਰ ਹੈ, ਇਸ ਕਰਕੇ ਸਾਡੀਆਂ ਇੱਥੇ ਮੂਰਤੀਆਂ ਵੀ ਹੋਣੀਆਂ ਚਾਹੀਦੀਆਂ ਨੇ। ਅਸਲ ਵਿੱਚ ਉਹ ਉਹਨਾਂ ਦਾ ਪਰਪਸ ਤੇ ਇਹ ਸੀ ਕਿ ਜਿਹੜਾ ਇੱਥੇ ਚੜਾਵਾ ਆਉਂਦਾ ਉਹਦਾ ਅਸੀਂ ਕਬਜ਼ਾ ਕਰ ਲਈਏ, ਹੋਰ ਉਹਨਾਂ ਨੂੰ ਮੂਰਤੀਆਂ ਤੋਂ ਤਾਂ ਕੁਝ ਨਹੀਂ ਸੀ ਕਰਨਾ। ਇਹ ਜਿਸ ਵਕਤ ਇਹਨੂੰ ਪਤਾ ਲੱਗਾ ਕਿ ਇਹਨਾਂ ਨੇ ਇੱਥੇ ਮੂਰਤੀਆਂ ਸਜਾਤੀਆਂ ਨੇ, ਤਾਂ ਉਸਨੇ ਗਿਆਨੀ ਦਿੱਤ ਸਿੰਘ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਇਸ ਨੂੰ ਹਟਾ ਦਿਓ। ਉਹਨੇ ਨਹੀਂ ਹਟਾਈਆਂ। ਉਹਨਾਂ ਨੇ ਕਹਿੰਦੇ ਵੀ ਤਲਵਾਰ ਕੱਢੀ ਔਰ ਕੱਢ ਕੇ ਉਸ ਵਕਤ ਉਹ ਇਕੱਲਾ ਗਿਆ। ਉੱਥੇ ਇਕੱਲੇ ਨੇ ਜਾ ਕੇ ਕਿਹਾ ਵੀ ਮੈਂ ਇਹਨਾਂ ਨੂੰ ਉਠਾਉਣ ਲੱਗਾ, ਜੇ ਤੁਹਾਡੇ 'ਚ ਕਿਸੇ 'ਚ ਹਿੰਮਤ ਹੈ ਤੇ ਆ ਕੇ ਮੈਨੂੰ ਰੋਕ ਲਓ। ਕੋਈ ਵੀ ਬੰਦਾ ਅੱਗੇ ਨਹੀਂ ਆਇਆ। ਇੱਕ ਸਿੰਗਲ ਜਿਹੜਾ ਮੂਰਤੀਆਂ ਦਾ ਪੁਜਾਰੀ ਸੀ ਉੱਥੇ ਨਹੀਂ ਆਇਆ। ਔਰ ਤਲਵਾਰ ਇੱਕ ਹੱਥ 'ਚ ਰੱਖ ਕੇ ਦੂਸਰੇ 'ਚ ਉਹ ਮੂਰਤੀਆਂ, ਉਹਨੇ ਸਾਰੀਆਂ ਮੂਰਤੀਆਂ ਜਿਹੜੀਆਂ ਸੀ ਦਰਬਾਰ ਸਾਹਿਬ ਦੇ ਗੇਟ ਤੋਂ ਬਾਹਰ ਕੱਢਤੀਆਂ। ਇਸੇ ਤਰ੍ਹਾਂ ਉਸਨੇ ਜਿਹੜਾ ਕਰਪਟ ਉਸ ਵਕਤ ਮਹੰਤ ਸਨ ਉਸ ਨੂੰ ਮੈਨੇਜ ਕਰ ਰਹੇ ਸਨ, ਉਹਨਾਂ ਨੂੰ ਵੀ ਉਸਨੇ ਉੱਥੋਂ ਰਿਮੂਵ ਕੀਤਾ। ਔਰ 2 ਅਖਬਾਰਾਂ ਚਲਾਈਆਂ, ਇੱਕ ਸੀਗੀ ਖਾਲਸਾ ਅਖਬਾਰ ਪੰਜਾਬੀ 'ਚ ਤੇ ਇੱਕ ਦਾ ਨਾਂ ਸਿਰਫ ਖਾਲਸਾ ਸੀ, ਉਹ ਇੰਗਲਿਸ਼ ਵਿੱਚ ਸੀ। ਔਰ ਇਹਨਾਂ ਦੇ ਨਾਲ ਉਹਨਾਂ ਨੇ ਪੰਜਾਬ ਦੇ ਜਿਹੜੀ ਨੌਜਵਾਨ ਪੀੜ੍ਹੀ ਸੀ ਉਸ ਨੂੰ ਐਡਰੈਸ ਕੀਤਾ ਕਿ ਤੁਸੀਂ ਆਪਣੇ ਸਭਿਅਤਾ, ਆਪਣੇ ਗੁਰੂਆਂ ਦੀ ਸਿੱਖਿਆ, ਜੋ ਖਜ਼ਾਨਾ ਸਾਨੂੰ ਗੁਰੂ ਸਾਹਿਬਾਨ ਨੇ ਦਿੱਤਾ ਹੈ ਬਾਣੀ ਦਾ, ਉਸ ਪਾਸੇ ਧਿਆਨ ਦਿਓ ਬਜਾਏ ਅੰਗਰੇਜ਼ਾਂ ਦੇ ਮਗਰ ਲੱਗਣ ਦੇ ਜਾਂ ਕਿਸੇ ਹੋਰ ਧਰਮ ਦੇ। ਇਸੇ ਤਰ੍ਹਾਂ ਪ੍ਰੋਫੈਸਰ ਗੁਰਮੁਖ ਸਿੰਘ ਵੀ ਜਿਹੜੇ ਨੇ, ਇਹਨਾਂ ਨੇ ਵੀ ਜਿਹੜੇ ਸਰਬਰਾਹ ਅੰਗਰੇਜ਼ਾਂ ਨੇ ਉੱਥੇ ਅਪਾਇੰਟ ਕੀਤੇ ਸਨ। ਸਰਬਰਾਹ ਮਤਲਬ ਇੱਕ ਕਿਸਮ ਦੇ ਕੇਅਰ ਟੇਕਰ ਸਨ ਗੌਰਮੈਂਟ ਵੱਲੋਂ। ਉਹਨਾਂ ਦਾ ਵਿੱਚੋਂ ਬੇਸਿਕ ਐਟੀਟਿਊਡ ਸੀ ਐਂਟੀ ਸਿੱਖ ਸੀ। ਔਰ ਅੰਗਰੇਜ਼ ਤਾਂ ਇੱਕ ਟਾਈਮ ਦੇ ਉੱਤੇ ਇਹ ਵੀ ਚਾਹੁੰਦੇ ਸੀ ਕਿ ਇਸ ਨੂੰ ਡਿਮੋਲਿਸ਼ ਕਰਕੇ ਇੱਥੇ ਇੱਕ ਚਰਚ ਬਣਾ ਦਿੱਤਾ ਜਾਵੇ। ਚਰਚ ਦਾ ਵੀ ਪਲਾਨ ਬਣ ਗਿਆ ਸੀ, ਪਰ ਵਾਹਿਗੁਰੂ ਦੀ ਮਿਹਰ ਨਾਲ ਉਹ ਉਹਨਾਂ ਦੇ ਪਲਾਨ ਸਕਸੈਸਫੁਲ ਨਹੀਂ ਹੋ ਸਕੇ ਔਰ ਚਰਚ ਨਹੀਂ ਬਣਿਆ। ਪਰ ਇਹਨਾਂ ਜਿਹੜੇ ਕ੍ਰਿਸਚੀਅਨ ਮਿਸ਼ਨਰੀ ਸੀ ਇਹ ਵੀ ਸਿੱਖੀਜ਼ਮ ਦੇ ਬਹੁਤ ਖਿਲਾਫ ਸੀ। ਇਸੇ ਤਰ੍ਹਾਂ ਆਰਿਆ ਸਮਾਜੀ ਉਸ ਵਕਤ ਆ ਗਏ ਸਨ। ਉਹਨਾਂ ਦਾ ਵੀ ਇਹ ਸੀ ਕਿ ਸਿੱਖ ਗੁਰੂਆਂ ਦੀ ਨਿੰਦਾ ਕਰਨੀ, ਸਿੱਖ ਧਰਮ ਦੀ ਨਿੰਦਾ ਕਰਨੀ ਔਰ ਇਹ ਕਹਿਣਾ ਕਿ ਜੀ ਸਿੱਖ ਤਾਂ ਹਿੰਦੂਆਂ ਦਾ ਇੱਕ ਹਿੱਸਾ ਨੇ। ਇਹ ਸਾਰਾ ਜਿਹੜਾ ਕੂੜ ਪ੍ਰਚਾਰ ਜਿਹਦਾ ਮੈਂ ਪਹਿਲੇ ਜ਼ਿਕਰ ਕੀਤਾ ਔਰ ਅੰਗਰੇਜ਼ ਵੱਲੋਂ ਲਗਾਏ ਗਏ ਸਰਬਰਾਹ, ਇਹਨਾਂ ਸਾਰਿਆਂ ਨੂੰ ਜੇ ਕਿਸੇ ਬੰਦੇ ਨੇ ਵਾਕਈ ਠੱਲ ਪਾਈ ਤਾਂ ਉਹ ਇੱਕ ਗਿਆਨੀ ਦਿੱਤ ਸਿੰਘ ਸੀ ਤੇ ਦੂਸਰੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਸਨ। ਹਾਲਾਂਕਿ ਇਹਨਾਂ ਨੂੰ ਬੜੀਆਂ ਇਹਦੇ ਪਿੱਛੇ ਯਾਤਨਾਵਾਂ ਤਕਲੀਫਾਂ ਸਹਿਣੀਆਂ ਪਈਆਂ ਔਰ ਅਲਟੀਮੇਟਲੀ ਦੇ ਵਰ ਸਕਸੈਸਫੁਲ। ਔਰ ਇਹਨਾਂ ਨੇ ਰਲ ਕੇ ਜਿੰਨੇ ਵੀ ਵੱਖਰੀਆਂ ਖਾਲਸਾ ਦੀਵਾਨ ਸਨ ਅਲੱਗ-ਅਲੱਗ ਸ਼ਹਿਰਾਂ 'ਚ, ਉਹਨਾਂ ਨੂੰ ਇਕੱਠੇ ਕਰਕੇ ਤੇ ਇਹਨਾਂ ਨੇ ਚੀਫ ਖਾਲਸਾ ਦੀਵਾਨ ਬਣਾਇਆ, ਜੋ ਉਸ ਤੋਂ ਬਾਅਦ ਉਸਨੇ ਸਿੱਖ ਐਜੂਕੇਸ਼ਨ ਨੂੰ ਟੇਕਅਪ ਕੀਤਾ। ਹੁਣ ਇਸ ਕਾਲਜ ਦੇ ਜ਼ਮੀਨ ਔਰ ਉਸ ਦੀ ਡੋਨੇਸ਼ਨ ਦੀ ਮੈਂ ਗੱਲ ਕਰਨ ਲੱਗਾ। ਇਹਦੀ ਜ਼ਮੀਨ ਤਕਰੀਬਨ 700 ਏਕੜ ਜ਼ਮੀਨ ਸੀ, ਜਿੱਥੇ ਮੈਂ ਤੁਹਾਨੂੰ ਦੱਸਿਆ ਵੀ ਉੱਥੇ ਵਾਹਣ ਵਾਲੀ ਜ਼ਮੀਨ ਸੀ, ਖੇਤੀ ਵਾਲੀ। ਉਹ ਇੱਕ ਪਿੰਡ ਹੈ ਲਾਗੇ ਕੋਟ ਸੈਯਦ ਮਹਿਮੂਦ, ਉਸ ਵਕਤ ਪਾਰਟੀਸ਼ਨ ਤੋਂ ਪਹਿਲੇ ਦੀ ਗੱਲ। ਉਸ ਦਾ ਨਾਂ ਫਿਰ ਬਾਅਦ 'ਚ ਕੋਟ ਖਾਲਸਾ ਰੱਖਿਆ ਗਿਆ। ਉਹ ਕੋਟ ਖਾਲਸਾ ਹੁਣ ਇਸ ਵਕਤ ਪਿੰਡ ਨਹੀਂ ਰਿਹਾ, ਉਹ ਤੇ ਇਸ ਵਕਤ ਆਲਮੋਸਟ ਅੰਮ੍ਰਿਤਸਰ ਦਾ ਇੱਕ ਬੜਾ ਅੱਛਾ ਇੱਕ ਯਾਨੀ ਹਿੱਸਾ ਬਣ ਚੁੱਕਾ ਹੈ। ਸੋ ਉਸ ਪਿੰਡ ਦੀ ਜ਼ਮੀਨ ਕੋਟ ਸੈਯਦ ਮਹਿਮੂਦ ਦੀ 700 ਏਕੜ ਜ਼ਮੀਨ ਖਰੀਦੀ ਗਈ ਸੀ। ਹੁਣ ਖਰੀਦਣ ਵਾਸਤੇ ਪੈਸਾ ਕਿੱਥੋਂ ਆਇਆ? ਉਹ ਡੋਨੇਸ਼ਨ ਜਿਹੜੀਆਂ ਸਨ ਉਹ ਮਹਾਰਾਜਾ ਪਟਿਆਲਾ ਜਿਸ ਤਰ੍ਹਾਂ ਸਨ ਸਰ ਰਜਿੰਦਰ ਸਿੰਘ, ਨਾਭੇ ਦੇ ਮਹਾਰਾਜੇ ਸਰ ਹੀਰਾ ਸਿੰਘ, ਦੇ ਵਰ ਆਲ ਗਿਵਨ ਸਰ ਦਾ ਟਾਈਟਲ, ਕਿਉਂਕਿ ਇਹ ਅੰਗਰੇਜ਼ ਸਰਕਾਰ ਦੇ ਨਾਲ ਕੋਆਪਰੇਟ ਕਰਦੇ ਸਨ ਔਰ ਆਰਮੀ ਵੀ ਦਿੰਦੇ ਸੀ। ਆਪਣੀ ਆਰਮੀ ਵਿੱਚੋਂ ਵੀ ਇਹਨਾਂ ਨੇ ਵਰਲਡ ਵਾਰ ਦੇ ਵਿੱਚ ਪਟਿਆਲਾ ਰੈਜੀਮੈਂਟ ਇੱਕ ਭੇਜੀ ਸੀ। ਇਸੇ ਤਰ੍ਹਾਂ ਹੋਰ ਵੀ। ਇਸੇ ਤਰ੍ਹਾਂ ਕਪੂਰਥਲੇ ਦੇ ਮਹਾਰਾਜੇ ਜਿੱਥੇ ਸਰ ਜਗਤਜੀਤ ਸਿੰਘ ਹੋਰਾਂ ਨੇ ਵੀ ਪੈਸਾ ਬੜਾ ਦਿੱਤਾ। ਫਰੀਦਕੋਟ ਦੇ ਵਿਕਰਮਾ ਸਿੰਘ ਹੋਰਾਂ ਨੇ ਬਹੁਤ ਪੈਸਾ ਦਿੱਤਾ ਔਰ ਮਹਾਰਾਜਾ ਜੀਂਦ ਦੇ ਜਿਹੜੇ ਸਨ ਸਰ ਰਣਬੀਰ ਸਿੰਘ। ਸੋ ਇਹ ਜਿਹੜੇ 5-6 ਮਹਾਰਾਜੇ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ, ਇਹਨਾਂ ਨੇ ਬਹੁਤ ਵੱਡੀਆਂ
ਡੋਨੇਸ਼ਨ ਦਿੱਤੀਆਂ, ਜਿਹੜੀਆਂ ਉਸ ਟਾਈਮ ਦੇ ਹਿਸਾਬ ਨਾਲ ਲੱਖਾਂ ਵਿੱਚ ਸੀ, ਪਰ ਅੱਜ ਦੇ ਹਿਸਾਬ ਨਾਲ ਕਰੋੜਾਂ 'ਚ ਹੋਣੀ ਚਾਹੀਦੀ ਹੈ। ਪਰ ਇੱਕ ਹੋਰ ਗੱਲ, ਇੱਕ ਸੱਜਣ ਐਸੇ ਸਨ ਜਿਨ੍ਹਾਂ ਨੇ ਇਸ ਕੰਮ ਦੇ ਵਿੱਚ ਬੜੀ ਵੱਡਾ ਡੋਨੇਸ਼ਨਸ ਵੀ ਦਿੱਤੀਆਂ ਔਰ ਆਪਣਾ ਪਰਸਨਲੀ ਵੀ ਉਹਨਾਂ ਨੇ ਇਸ ਵਿੱਚ ਯੋਗਦਾਨ ਦਿੱਤਾ। ਉਹ ਸਨ ਸਰ ਸੁੰਦਰ ਸਿੰਘ ਮਜੀਠੀਆ। ਸੋ ਮਹਾਰਾਜਿਆਂ ਨੇ ਤਾਂ ਸਿਰਫ ਪੈਸੇ ਦੇ ਕੇ ਸਲਾਹਾਂ ਵਗੈਰਾ ਦੇ ਦਿੰਦੇ ਸਨ, ਸਲਾਹਕਾਰ ਸਨ, ਆਪ ਉਹ ਮੀਟਿੰਗਸ ਵਗੈਰਾ ਘੱਟ ਹੀ ਅਟੈਂਡ ਕਰਦੇ ਸਨ। ਪਰ ਸਰ ਸੁੰਦਰ ਸਿੰਘ ਮਜੀਠੀਆ ਜਿਹੜੇ ਸੀ ਉਹ ਹਰ ਇਸ ਕਮੇਟੀ ਦੀ ਐਸਟੈਬਲਿਸ਼ਮੈਂਟ ਕਮੇਟੀ ਦੇ ਵਿੱਚ ਆਉਂਦੇ ਸਨ ਔਰ ਉਹਨਾਂ ਨੂੰ ਗਾਈਡ ਕਰਦੇ ਸਨ ਔਰ ਉਹਨਾਂ ਨੇ ਪੈਸੇ ਵੱਲੋਂ ਵੀ ਬਹੁਤ ਵੱਡੀਆਂ ਵੱਡੀਆਂ ਡੋਨੇਸ਼ਨਾਂ ਦਿੱਤੀਆਂ। ਸੋ ਇਸ ਤਰ੍ਹਾਂ ਇਸ ਦੀ ਜ਼ਮੀਨ ਖਰੀਦ ਕੇ ਸ਼ੁਰੂਆਤ ਹੋਈ। ਸਭ ਤੋਂ ਪਹਿਲੀ ਬਿਲਡਿੰਗ ਜਿਹੜੀ ਸੀ ਉਹ ਗੁਰਦੁਆਰਾ ਸਾਹਿਬ ਦੀ ਬਣੀ, ਜਿਸ ਦਾ ਮੈਂ ਤੁਹਾਨੂੰ ਉੱਪਰਲਾ ਹਿੱਸਾ ਦਿਖਾ ਰਿਹਾ ਕਿਉਂਕਿ ਇਹੀ ਦੇਖਣ ਵਾਲੀ ਚੀਜ਼ ਹੈ ਕਿ ਇਹਦਾ ਆਰਕੀਟੈਕਚਰ ਕਿਸ ਤਰ੍ਹਾਂ ਦਾ, ਔਰ ਇਹਨੂੰ ਐਸੇ ਤਰੀਕੇ ਨਾਲ ਬਣਾਇਆ ਗਿਆ ਸੀ ਕਿ ਇਸ ਨੂੰ ਹਰ ਕਮਰੇ 'ਚੋਂ ਬੈਠੇ ਉਸ ਵਕਤ ਜਿਹੜੇ ਸਨ ਤੁਸੀਂ ਦਰਸ਼ਨ ਕਰ ਸਕਦੇ ਸੀ। ਖਿੜਕੀਆਂ ਦੇ ਥਾਣੀ ਕੋਈ ਵੀ ਬੰਦਾ ਆਪਣੇ ਕਲਾਸਰੂਮ ਜਾਂ ਦਫ਼ਤਰ ਜਾਂ ਕਿਸੇ ਹੋਰ ਜਗ੍ਹਾ ਬੈਠਾ ਇਸ ਨੂੰ ਦਰਸ਼ਨ ਕਰ ਸਕਦਾ ਸੀ। ਸੋ ਸਭ ਤੋਂ ਪਹਿਲਾਂ ਉਸ ਵਕਤ ਇਹਨਾਂ ਨੇ ਇਹਦਾ ਨਾਂ ਰੱਖਿਆ ਸੀ ਧਰਮਸ਼ਾਲਾ, ਬਾਅਦ 'ਚ ਫਿਰ ਇਸ ਨੂੰ ਗੁਰਦੁਆਰਾ ਸਾਹਿਬ ਦਾ ਨਾਂ ਦਿੱਤਾ ਗਿਆ ਔਰ ਇਹ ਉਸ ਦਾ ਉੱਪਰਲਾ ਹਿੱਸੇ ਦੀ ਆਰਕੀਟੈਕਚਰ। ਹੁਣ ਆਰਕੀਟੈਕਟ ਕੌਣ ਸੀ? ਇਹਦੇ ਆਰਕੀਟੈਕਟ ਸਨ ਭਾਈ ਰਾਮ ਸਿੰਘ, ਜਿਹੜੇ ਕਿ ਕੁਈਨ ਵਿਕਟੋਰੀਆ ਦੇ ਬੜੇ ਖਾਸ ਯਾਨੀ ਫੇਵਰੇਟ ਮੰਨੇ ਜਾਂਦੇ ਸੀ। ਉਹ ਕਿਉਂਕਿ ਇਹਨਾਂ ਨੇ ਕੁਈਨ ਵਿਕਟੋਰੀਆ ਜਿਹੜੀ ਸੀ ਉਸ ਦੀਆਂ ਵੀ ਕਈ ਬਿਲਡਿੰਗਸ, ਕਈ ਪੈਲੇਸ ਔਰ ਕਈ ਇੰਟੀਰੀਅਰ ਡਿਜ਼ਾਈਨ ਇਹਨਾਂ ਨੇ ਕਰਕੇ ਦਿੱਤੇ, ਜਿਸ ਤੋਂ ਕੁਈਨ ਇਹਨਾਂ ਨਾਲ ਬਹੁਤ ਖੁਸ਼ ਸੀ। ਔਰ ਇਸ ਨੂੰ ਸਿਵਲੀਅਨ ਉਸ ਵੇਲੇ ਦਾ ਇੰਡੀਆ ਦੇ ਵਿੱਚ ਜਿਹੜਾ ਅਵਾਰਡ ਸੀ ਜਾਂ ਉਹ ਸੀ ਮੈਂਬਰ ਆਫ ਦੀ ਵਿਕਟੋਰੀਅਨ ਆਰਡਰ, ਉਹ ਦਿੱਤਾ ਗਿਆ ਸੀ। ਜਿਸ ਤਰ੍ਹਾਂ ਵਿਕਟੋਰੀਆ ਕ੍ਰਾਸ ਜੰਗ ਵਿੱਚ ਦਿੱਤਾ ਜਾਂਦਾ ਹੈ, ਸਿਵਲ ਦੇ ਵਿੱਚ ਇਹ ਸੀ। ਔਰ ਇਹ ਲਾਹੌਰ ਦੇ ਵਿੱਚ ਮੇਓ ਕਾਲਜ ਐਂਡ ਸਕੂਲ ਆਫ ਆਰਟਸ ਦੇ ਪ੍ਰਿੰਸੀਪਲ ਸਨ। ਇਹਨਾਂ ਦੀ ਖੂਬਸੂਰਤੀ ਇਹ ਸੀ ਇਹ ਕੰਮ ਦੀ ਕਿ ਇਹਨਾਂ ਨੇ ਮੁਗਲ, ਸਿੱਖ ਔਰ ਵਿਕਟੋਰੀਅਨ ਤਿੰਨ ਕਿਸਮ ਦੇ ਆਰਕੀਟੈਕਚਰ ਨੂੰ ਕੰਬਾਈਨ ਕਰਕੇ ਇਸ ਕਾਲਜ ਬਣਾਇਆ। ਇਸ ਕਾਲਜ ਦੀ ਖੂਬਸੂਰਤੀ ਹੈ ਕਿ ਇਹਦੇ ਵਿੱਚ ਤਿੰਨੋਂ ਕਿਸਮ ਦੇ ਤੁਹਾਨੂੰ ਆਰਕੀਟੈਕਚਰਲ ਨਮੂਨੇ ਮਿਲਣਗੇ। ਖੁਦ ਵੀ ਇਹ ਕਿਹਾ ਜਾਂਦਾ ਸੀ ਕਿ ਬੜੇ ਕਾਬਲ ਆਦਮੀ ਸਨ ਔਰ ਆਪ ਵੀ ਬੜੇ, ਇਹਨਾਂ ਨੂੰ ਕਿਹਾ ਜਾਂਦਾ ਸੀ ਕਿ ਉਸ ਟਾਈਮ ਦੇ ਬੜੇ ਸੋਹਣੇ ਆਦਮੀਆਂ ਵਿੱਚੋਂ ਸਨ। ਤੁਸੀਂ ਦੇਖ ਹੀ ਸਕਦੇ ਹੋ, he seems to be a very handsome person। ਹੁਣ ਟਾਈਮ ਕਿੰਨਾ ਲੱਗਾ? 1904 ਤੋਂ ਇਹਦੀ ਕੰਸਟਰਕਸ਼ਨ ਸ਼ੁਰੂ ਹੋਈ ਔਰ 12 ਤੱਕ ਤਕਰੀਬਨ 8 ਸਾਲ ਲੱਗੇ। ਨਾਲ ਦੀ ਨਾਲ ਛੋਟੀਆਂ-ਛੋਟੀਆਂ ਕਲਾਸਾਂ ਚੱਲਦੀਆਂ ਵੀ ਰਹੀਆਂ, ਪਰ ਫੁੱਲ ਫਲੈਸ਼ਡ ਕਾਲਜ 1912 ਦੇ ਪੜ੍ਹਾਈ ਸ਼ੁਰੂ ਹੋਈ। ਔਰ ਇਹ ਇਸ ਦਾ ਜਿਹੜਾ ਡਿਜ਼ਾਈਨ ਸੀ, ਅਗਰ ਤੁਸੀਂ ਉੱਤੋਂ ਦੇਖੋ ਬਾਈ ਹੈਲੀਕਾਪਟਰ ਜਾਂ ਪਲੇਨ, ਤਾਂ ਇਹਦਾ ਡਿਜ਼ਾਈਨ ਉੱਤੋਂ ਸਾਹਮਣੇ ਲੱਗਦਾ ਹੀ, ਐਚ ਔਰ ਹੀ, ਇਦਾਂ ਦੀ ਬਿਲਡਿੰਗ ਬਣਾਈਆਂ ਸੀ, ਜਿਸ ਦਾ ਮਕਸਦ ਸੀ ਪਰਮਾਤਮਾ ਵੱਲ ਧਿਆਨ ਕੀਤਾ, ਗੁਰੂ ਵੱਲ, ਔਰ ਯੂ ਤੂੰ ਹੈ ਮੈਂ ਨਹੀਂ ਹੈ। ਔਰ ਉਸ ਯੂ ਦੇ ਅੰਦਰਲੇ ਜਿਹੜਾ ਖੁੱਲਾ ਪਾਸਾ ਹੈ ਉਹਦੇ ਵਿੱਚ ਗੁਰਦੁਆਰਾ ਸਥਿਤ ਸੀ। ਸੋ ਇਹਦਾ ਕੋਈ ਫੁੱਲ ਡਿਜ਼ਾਈਨ ਦੇਖੇ ਤੇ ਉਸ ਨੂੰ ਪਤਾ ਲੱਗ ਸਕਦਾ ਹੈ। ਤੇ 700 ਏਕੜ ਦੇ ਕਰੀਬ ਜ਼ਮੀਨ ਮੈਂ ਜਿਸ ਤਰ੍ਹਾਂ ਦੱਸਿਆ, ਜਿਸ ਤੋਂ ਤਕਰੀਬਨ 400 ਏਕੜ ਜ਼ਮੀਨ ਇਹਨਾਂ ਨੇ ਹੁਣ 1969 ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇ ਦਿੱਤੀ ਸੀ। ਉੱਥੇ ਉਹ ਯੂਨੀਵਰਸਿਟੀ ਐਸਟੈਬਲਿਸ਼ ਹੋਈ ਸੀ। ਤੇ ਉਸ ਵਕਤ ਵੀ ਇਹ 'ਚ 27 ਏਕੜ ਜਗ੍ਹਾ ਐਸੀ ਇਸ ਵਿੱਚ ਰੱਖੀ ਗਈ ਸੀ, ਜਿਸ ਵਿੱਚ ਸਿਰਫ ਲੌਨਸ ਹੀ ਰੱਖੇ ਗਏ ਸੀ। ਔਰ ਉਹਨੇ ਭਾਈ ਰਾਮ ਸਿੰਘ ਹੋਰਾਂ ਨੇ ਕਿਹਾ ਸੀ ਕਿ ਇਹਨਾਂ ਲੌਨਸ ਨੂੰ ਮੈਂ ਘੱਟ ਨਹੀਂ ਕਰਨ ਦਿਆਂਗਾ, ਇਹ ਬੜੇ ਜ਼ਰੂਰੀ ਨੇ। ਸੋ ਅੱਜ ਵੀ ਉਸ ਤਰ੍ਹਾਂ ਮੌਜੂਦ ਨੇ। ਉਸ ਤੋਂ ਬਾਅਦ ਕਵਰਡ ਏਰੀਆ 'ਚ ਦੇਖੋ, ਇੰਨੇ ਸਕੁਅਰ ਫੀਟ ਜਿਹੜੇ ਲਿਖੇ ਨੇ, ਇਹ ਬਹੁਤ ਵੱਡਾ ਏਰੀਆ ਹੈ। ਔਰ ਇੱਕ ਖਾਸ ਗੱਲ ਸੀ ਕਿ ਇੱਥੇ ਇੱਟਾਂ ਜਿਹੜੀਆਂ ਲੱਗੀਆਂ ਸੀ ਉਹ ਅਨਬ੍ਰੋਕਨ ਬ੍ਰਿਕਸ ਸਨ। ਇਹਦਾ ਕੀ ਮਤਲਬ ਹੈ ਕਿ ਆਮ ਜਿਹੜੇ ਮਕਾਨ ਬਣਦੇ ਨੇ ਇੰਡੀਆ ਵਿੱਚ, ਉਹਦੇ 'ਚ ਇੱਕੋ ਸਾਈਜ਼ ਦੇ ਇੱਟ ਹੁੰਦੀ ਹੈ। ਜਿੱਥੇ ਕਿਤੇ ਛੋਟੀ ਇੱਟ ਦੀ ਲੋੜ ਹੋਵੇ ਤੇ ਉਸ ਨੂੰ ਉਹ ਲੋਕ ਇੱਕ ਤੇਸਾ, ਇੱਕ ਇੰਸਟਰੂਮੈਂਟ ਹੁੰਦਾ, ਉਹਦੇ ਨਾਲ ਤੋੜ ਕੇ ਉਹਨੂੰ ਛੋਟਾ ਕਰ ਲੈਂਦੇ ਨੇ। ਭਾਈ ਰਾਮ ਸਿੰਘ ਹੋਰਾਂ ਨੇ ਕਿਹਾ ਵੀ ਮੈਂ 3 ਕਿਸਮ ਦੇ ਬ੍ਰਿਕ ਕਿਲਸ ਬਣਵਾ ਦਿਆਂਗਾ। ਉਹਨਾਂ 3 ਕਿਸਮ ਦੇ ਭੱਠੇ ਬਣਵਾਤੇ, ਇੱਕ ਵਿੱਚ ਸਭ ਤੋਂ ਛੋਟਾ ਹੈ, ਫਿਰ ਦਰਮਿਆਨਾ, ਫਿਰ ਸਭ ਤੋਂ ਵੱਡੀ। 3 ਕਿਸਮ ਦੀਆਂ ਇੱਟਾਂ ਉਸ ਵਿੱਚ ਬਣਦੀਆਂ ਸੀ। ਔਰ ਇੱਕ ਖਾਸ ਕਿਸਮ ਦਾ ਮਟੀਰੀਅਲ ਉਹਨਾਂ ਨੇ ਵਰਤਿਆ, ਜਿਹੜਾ ਉਹਨਾਂ ਨੇ ਕਿਹਾ ਕਿ ਇਹ
200-300 ਸਾਲ ਇਸ ਨੂੰ ਤੁਸੀਂ ਨਾ ਵੀ ਕੇਅਰ ਕਰੋਗੇ ਤੇ ਇਹ ਬਿਲਡਿੰਗ ਖਰਾਬ ਨਹੀਂ ਹੋਏਗੀ ਬਾਰਿਸ਼ ਜਾਂ ਕਿਸੇ ਤਰੀਕੇ ਨਾਲ। ਅੱਜ ਵੀ ਉਹ ਓਰੀਜਨਲ ਬਿਲਡਿੰਗ ਖੜੀ ਹੈ। ਸੋ ਉਹਦੇ ਵਿੱਚ ਉਹਨਾਂ ਨੇ ਜਿੱਥੇ ਛੋਟੀ ਇੱਟ ਦੀ ਲੋੜ ਸੀ ਛੋਟੀ ਵਰਤ ਲਈ, ਉਸ ਭੱਠੇ ਤੋਂ ਆ ਗਈ, ਜਿਹੜੀ ਵੱਡੀ ਸੀ ਵੱਡੀ, ਲੇਕਿਨ ਕਿਸੇ ਜਗ੍ਹਾ ਇੱਕ ਵੀ ਇੱਟ ਨੂੰ ਉਸਨੇ ਤੋੜਨ ਨਹੀਂ ਦਿੱਤਾ। ਇਹ ਇੱਕ ਬੜੀ ਖਾਸ ਗੱਲ ਹੈ ਜਿਹਦਾ ਆਮ ਕਿਸੇ ਨੂੰ ਨਹੀਂ ਪਤਾ ਹੋਏਗਾ। ਔਰ ਦੂਸਰੀ ਗੱਲ ਹੈ ਕਿ ਆਮ ਜਿਹੜੇ ਬਿਲਡਿੰਗਾਂ ਬਣਦੀਆਂ ਨੇ ਉਹ ਉਹਨਾਂ ਦੀ ਛੱਤ ਦੀ ਉਚਾਈ ਜਿਹੜੀ ਹੈ 9-10 ਫੁੱਟ ਤੋਂ ਵੱਧ ਹੁੰਦੀ ਹੈ, ਆਮ ਤੌਰ ਤੇ 8 ਫੁੱਟ ਹੁੰਦੀ ਹੈ। ਇੱਥੇ ਹਰ ਇੱਕ ਫਲੋਰ ਜਿਹੜਾ ਹੈ 20 ਫੁੱਟ ਉੱਚਾ, ਔਰ ਹਰ ਇੱਕ ਦਰਵਾਜ਼ਾ ਆਮ ਸਾਡੇ ਘਰਾਂ ਜਿਹੜੇ ਨੇ 6 ਫੁੱਟ ਹੁੰਦੇ ਨੇ, ਪਰ ਇਹ 12 ਫੁੱਟ ਉੱਚਾ ਇਸ ਦਾ ਹਰ ਦਰਵਾਜ਼ਾ ਹੈ। ਔਰ ਕੋਰੀਡੋਰ ਵੀ ਬੜੇ ਖੁੱਲੇ ਨੇ 10-10 ਫੁੱਟ ਦੇ। ਔਰ ਇਸੇ ਤਰ੍ਹਾਂ ਲੈਕਚਰ ਰੂਮ ਵੀ ਉਹਨਾਂ ਨੇ ਬੜੇ ਵੱਡੇ ਉਸ ਟਾਈਮ ਤੇ ਬਣਾਏ ਸਨ, ਉਹ ਅੱਜ ਵੀ ਐਗਜ਼ਿਸਟ ਕਰਦੇ ਨੇ। ਇਹ ਮੈਂ ਤੁਹਾਨੂੰ ਉਸ ਦਾ ਇੱਕ ਵਿਕਟੋਰੀਅਨ ਸਟਾਈਲ ਇਸ ਦਾ ਕੋਰੀਡੋਰ ਦਾ ਦਿਖਾ ਰਿਹਾ, ਜਿਸ ਵਿੱਚ ਕਿ 20 ਫੁੱਟ ਉਚਾਈ ਹੈ ਛੱਤ ਦੀ, ਅੰਦਰਲਾ ਰਸਤਾ ਜਿਹੜਾ ਹੈ, ਔਰ ਜਿਹੜਾ ਕੋਰੀਡੋਰ ਹੈ ਉਹ 10 ਫੁੱਟ ਚੌੜਾ ਹੈ। ਔਰ ਇਸ ਵਿੱਚ ਇਟਾਲੀਅਨ ਮਾਰਬਲ ਪਿਲਰਸ ਲਗਾਏ ਗਏ ਸਨ। ਜਿਹੜੇ ਵੀ ਮੇਨ ਐਂਟਰੈਂਸ ਨੇ, ਉਹ ਮੇਨ ਐਂਟਰੈਂਸਸ ਜਿੰਨੇ ਨੇ, ਜਿਸ ਤਰ੍ਹਾਂ ਵੱਡਾ ਹਾਲ ਹੈ ਜਾਂ ਗੁਰਦੁਆਰਾ ਸਾਹਿਬ ਦਾ ਹੈ ਜਾਂ ਕੋਈ ਹੋਰ ਇੰਪੋਰਟੈਂਟ ਮੀਟਿੰਗ ਰੂਮਸ ਨੇ ਜਾਂ ਪ੍ਰਿੰਸੀਪਲ ਆਫਿਸ ਹੈ, ਉਹਦੇ ਵਿੱਚ ਜਿੰਨੇ ਵੀ ਜਿਹੜੇ ਫਰੰਟ ਪਿਲਰਸ ਨੇ ਮੇਨ, ਉਹਨਾਂ ਤੇ ਇਟਾਲੀਅਨ ਮਾਰਬਲ ਦੇ ਪਿਲਰਸ ਨੇ। ਇਹ ਇਟਾਲੀਅਨ ਦਾ ਕੀ ਮਤਲਬ ਹੈ? ਇਟ ਵਾਜ਼ ਨਾਟ ਮੇਡ ਇਨ ਇੰਡੀਆ, ਇਟ ਵਾਜ਼ ਇੰਪੋਰਟਡ ਐਟ ਦੈਟ ਟਾਈਮ। ਔਰ ਇਹ ਵਿਕਟੋਰੀਅਨ ਸਟਾਈਲ ਦੇ ਵਿੱਚ ਉਹਨਾਂ ਦਾ ਆਰਕੀਟੈਕਚਰ ਬਣਾਇਆ ਗਿਆ ਸੀ, ਜਿਹੜਾ ਕਿ ਭਾਈ ਜਿਸ ਤਰ੍ਹਾਂ ਮੈਂ ਦੱਸਿਆ ਰਾਮ ਸਿੰਘ ਦੀ ਉਹਨਾਂ ਦੀ ਸੋਚ ਸੀ। ਹੁਣ ਇਹਦਾ ਅਗਰ ਇਸ ਤੇ ਫਰੰਟ ਇਸ ਦਾ ਆਫਿਸ ਦੇਖੋ ਤੁਸੀਂ, ਤਾਂ ਇਹ ਮੈਂ ਇਸ ਕਰਕੇ ਦਿਖਾ ਰਿਹਾ ਕਿ ਇਹਦੇ ਵਿੱਚ ਸਿੱਖ ਆਰਕੀਟੈਕਚਰ ਦੀ ਝਲਕ ਤੁਹਾਨੂੰ ਪਏਗੀ। ਸਿੱਖ ਆਰਕੀਟੈਕਚਰ ਜਿਹੜਾ ਸੀ, ਜਿਹੜੀ ਭਵਨ ਨਿਰਮਾਣ ਕਲਾ ਉਸ ਨੂੰ ਕਹਿੰਦੇ ਨੇ, ਉਹ ਉਸ ਦੇ ਵਿੱਚ ਗੁੰਬਜ ਉੱਪਰ ਨੇ। ਤੁਸੀਂ ਦੇਖੋ ਜਿੰਨੇ ਵੀ ਸਿੱਖ ਹਿਸਟੋਰਿਕ ਬਿਲਡਿੰਗਸ ਹੋਣਗੀਆਂ, ਗੁਰਦੁਆਰੇ ਹੋਣਗੇ, ਈਵਨ ਦਰਬਾਰ ਸਾਹਿਬ ਅੰਮ੍ਰਿਤਸਰ ਹੈ ਜਾਂ ਕੋਈ ਹੋਰ ਹੈ, ਉਸ ਦੇ ਵਿੱਚ ਆਰਕੀਟੈਕਚਰ ਵਿੱਚ ਜਿਹੜਾ ਮੇਨ ਉਸ ਦਾ ਯਾਨੀ ਸਿੰਬਲ ਹੈ ਕਿ ਇਹ ਸਿੱਖਾਂ ਦਾ ਹੈ, ਉਹਦੇ ਵਾਸਤੇ ਸਿੱਖ ਆਰਕੀਟੈਕਚਰ ਦਾ ਸਿੰਬਲ ਇਹ ਗੁੰਬਜ। ਔਰ ਦੇਖੋ ਇਹ ਗੁੰਬਜ ਸਿਰਫ ਇੱਕ ਜਗ੍ਹਾ ਨਹੀਂ ਹੈ, ਇਹ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਨੇ। ਔਰ ਜਿੰਨੀਆਂ ਵੀ ਜਿਹੜੀਆਂ ਬਿਲਡਿੰਗਸ ਨੇ ਤਕਰੀਬਨ ਸਭ ਦੇ ਉੱਤੇ ਇਹ ਆਰਕੀਟੈਕਚਰ ਸਿੱਖਾਂ ਦਾ ਵੀ ਹੈ। ਸੋ ਦੋ ਕਿਸਮ ਦੇ ਹੋ ਗਏ। ਇੱਕ ਹੁਣ ਮੈਂ ਤੁਹਾਨੂੰ ਤੀਸਰਾ ਦਿਖਾ ਰਿਹਾ। ਇਹ ਆਰਕੀਟੈਕਚਰਲ ਜਿਹੜਾ ਖੂਬਸੂਰਤੀ ਹੈ, ਇਹ ਮੁਗਲ ਡਿਜ਼ਾਈਨ ਹੈ। ਮੁਗਲ ਆਮ ਤੌਰ ਤੇ ਤੁਹਾਨੂੰ ਪਤਾ ਕਿਲੇ ਬਣਾਉਂਦੇ ਹੁੰਦੇ ਸਨ ਜ਼ਿਆਦਾ, ਔਰ ਉਹਨਾਂ ਦੇ ਕਿਲਿਆਂ ਦੇ ਵਿੱਚ ਜਿਹੜਾ ਇੰਪੋਜ਼ਿੰਗ ਫਸਾਡ ਹੁੰਦਾ ਸੀ, ਬਾਹਰਲਾ ਸਟਰਕਚਰ ਹੁੰਦਾ ਸੀ ਆਰਕੀਟੈਕਚਰ ਦਾ, ਉਹ ਇਸ ਕਿਸਮ ਦਾ ਸੀ ਜਿਸ ਤਰ੍ਹਾਂ ਦਾ ਮੈਂ ਦਿਖਾਇਆ। ਸਾਈਡਾਂ ਤੇ 2 ਆਕਟਾਗੋਨਲ 8 ਸਾਈਡਾਂ ਵਾਲੇ ਪਿਲਰਸ ਹੁੰਦੇ ਸਨ। ਫਿਰ ਇਹ ਵਿਚਕਾਰ ਜਾਲੀ ਹੁੰਦੀ ਸੀ, ਬੜੀ ਮੀਨਾਕਾਰੀ ਖਾਸ ਤੌਰ ਤੇ ਕੀਤੀ ਜਾਂਦੀ ਸੀ, ਔਰ ਜਿਹੜੀ ਵੀ ਉਸ ਨੂੰ ਸੁੰਦਰਤਾ ਵੀ ਔਰ ਮਜ਼ਬੂਤੀ ਵੀ ਦਿੰਦੀ ਸੀ, ਔਰ ਹਵਾ ਵਗੈਰਾ ਵੀ ਉਸ ਵਿੱਚ ਰੋਸ਼ਨੀ ਦਾ ਵੀ ਇੰਤਜ਼ਾਮ ਸੀ। ਸੋ ਇਹਦੇ ਵਿੱਚ ਫ੍ਰੈਂਚ ਗਲਾਸ ਵਿੰਡੋਜ਼ ਲਗਾਈਆਂ ਗਈਆਂ। ਫ੍ਰੈਂਚ ਗਲਾਸ ਵਿੰਡੋਜ਼ ਉਸ ਵਕਤ ਕੋਈ ਇੰਡੀਆ 'ਚ ਗਲਾਸ ਫੈਕਟਰੀ ਤਾਂ ਸੀ ਨਹੀਂ, ਇਹ ਵੀ ਫਰਾਂਸ ਤੋਂ ਇੰਪੋਰਟ ਕੀਤੇ ਗਏ। ਔਰ ਰੋਜ਼ ਵੁੱਡ ਫਰੇਮ, ਜਿਹੜੇ ਚੰਦਨ ਦੇ ਔਰ ਕਈ ਹੋਰ ਰੋਜ਼ ਵੁੱਡ ਅੱਛੀ ਕੁਆਲਿਟੀ ਦੇ ਜਿਹੜੀ ਲੱਕੜ ਹੈ, ਇਸ ਨੂੰ ਸਾਊਥ ਇੰਡੀਆ ਤੋਂ ਉਹਨਾਂ ਨੂੰ ਮੰਗਵਾ ਕੇ ਉਹਨਾਂ ਨੇ ਬੜੇ ਸ਼ੌਕ ਦੇ ਨਾਲ ਇਹ ਬਿਲਡਿੰਗ ਬੜੀ ਖੂਬਸੂਰਤ ਬਣਾਈ। ਇਹ ਹੁਣ ਮੈਂ ਤੁਹਾਨੂੰ ਇਸ ਦੀਆਂ ਕੁਝ ਹੋਰ ਕੁਆਲਿਟੀਜ਼ ਦੇ ਬਾਰੇ ਦੱਸਣ ਲੱਗਾ। ਇਹ ਹੈ ਸਿੱਖ ਇਤਿਹਾਸ ਖੋਜ ਕੇਂਦਰ, ਸਿੱਖ ਹਿਸਟਰੀ ਰਿਸਰਚ ਸੈਂਟਰ। ਇਸ ਦੀ ਬਿਲਡਿੰਗ ਤੁਸੀਂ ਦੇਖੋ, ਇਹ ਬਾਅਦ 'ਚ ਬਣੀ ਹੈ, ਔਰ ਮੈਂ ਹੁਣ ਇਸ ਦੇ ਬਾਰੇ ਦੱਸਾਂਗਾ ਕਿ ਇੱਥੇ ਕੀ ਕੰਮ ਹੋਇਆ ਜਾਂ ਹੋ ਰਿਹਾ। ਉੱਪਰਲਾ ਸਟਰਕਚਰ ਤੇ ਸਿੱਖ ਸਟਰਕਚਰ ਹੈ, ਸਿੱਖ ਆਰਕੀਟੈਕਚਰ ਦਾ, ਤੇ ਅੰਦਰ ਉਸ ਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਖਾਸ ਤਰੀਕੇ ਦੀਆਂ ਫ੍ਰੈਂਚ ਵਿੰਡੋਜ਼ ਔਰ ਦੂਸਰੀਆਂ ਚੀਜ਼ਾਂ ਹਨ। ਜਿਹੜੇ ਬੱਚੇ ਪੜ੍ਹ ਕੇ ਵੀ ਉੱਥੋਂ ਆਏ ਨੇ, ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੋਏਗਾ। ਖਾਲਸਾ ਕਾਲਜ ਦੇ ਵਿੱਚ 2-3 ਚੀਜ਼ਾਂ ਬੜੀਆਂ ਇੰਪੋਰਟੈਂਟ ਨੇ। ਇੱਕ ਤਾਂ ਹੈ ਇਹਨਾਂ ਦੀ ਲਾਇਬ੍ਰੇਰੀ। ਇਸ ਲਾਇਬ੍ਰੇਰੀ ਵਿੱਚ ਇਸ ਵਕਤ ਸਾਰੇ ਲਾਇਬ੍ਰੇਰੀਆਂ ਜਿੰਨੀਆਂ ਵੀ ਇਹਨਾਂ ਦੀਆਂ ਹੈਗੀਆਂ ਨੇ ਖਾਲਸਾ ਕਾਲਜ, ਅਗਰ ਉਹਨਾਂ ਨੂੰ ਮਿਲਾਇਆ ਜਾਏ ਤਾਂ 2 ਲੱਖ ਤੋਂ ਉੱਪਰ ਮਾਡਰਨ ਬੁੱਕਸ ਹੈਗੀਆਂ ਨੇ, ਔਰ 100 ਤੋਂ ਉੱਪਰ ਦੁਨੀਆ ਦੇ ਲੇਟੈਸਟ ਰਿਸਰਚ ਜਰਨਲ ਨੇ। ਆਮ ਰਿਸਾਲੇ ਨਹੀਂ ਮੈਂ ਗੱਲ ਕਰ ਰਿਹਾ, ਮੈਂ ਰਿਸਰਚ ਜਰਨਲਸ ਦੀ ਗੱਲ ਕਰ ਰਿਹਾ, ਉਹ ਇੱਥੇ ਆ ਰਹੇ ਨੇ ਇਸ ਵਕਤ। ਸੋ ਇੰਨੀ ਰਿਚ ਲਾਇਬ੍ਰੇਰੀ
ਤੁਹਾਨੂੰ ਕਿਤੇ ਸ਼ਾਇਦ ਹੀ ਮਿਲੇ ਦੁਨੀਆ ਦੇ ਵਿੱਚ। ਮੈਨੂੰ ਇਸ ਗੱਲ ਦਾ ਜ਼ਿਆਦਾ ਇਸ ਕਰਕੇ ਸ਼ੌਕ ਔਰ ਪਤਾ ਹੈ ਕਿਉਂਕਿ ਮੇਰੇ ਮਿਸਿਸ ਵੀ ਉੱਥੇ 25 ਸਾਲ ਸਰਵਿਸ ਕਰਕੇ ਆਏ ਨੇ, ਇਸ ਲਾਇਬ੍ਰੇਰੀ ਵਿੱਚ ਲਾਇਬ੍ਰੇਰੀਅਨ ਰਹੇ ਨੇ। ਇੱਕ ਉੱਥੇ ਦੂਸਰੀ ਗੱਲ ਹੈ, ਇੱਕ ਮਿਊਜ਼ੀਅਮ ਆਫ ਰੇਅਰ ਸਿੱਖ ਹੈਰੀਟੇਜ ਆਰਟੀਕਲਸ। ਇੱਕ ਉੱਥੇ ਯਾਨੀ ਮਿਊਜ਼ੀਅਮ ਵੀ ਬਣਾਇਆ ਗਿਆ ਜਿਸ ਵਿੱਚ ਕਿ ਸਿੱਖ ਕੌਮ ਦੀਆਂ ਜਿਹੜੀਆਂ ਖਾਸ ਚੀਜ਼ਾਂ ਉਸ ਟਾਈਮ ਤੇ ਰੇਅਰ ਸਨ, ਉਹ ਉਹਨਾਂ ਨੂੰ ਇਕੱਠੇ ਕੀਤਾ ਗਿਆ ਔਰ ਸਿੱਖ ਹਿਸਟਰੀ ਰਿਸਰਚ ਡਿਪਾਰਟਮੈਂਟ ਬਣਾਇਆ ਗਿਆ, ਜਿਹਦੀ ਬਿਲਡਿੰਗ ਮੈਂ ਤੁਹਾਨੂੰ ਹੁਣੇ ਦਿਖਾਈ ਸੀ। ਇਸ ਬਿਲਡਿੰਗ ਦੀ ਗੱਲ ਕਰ ਰਿਹਾ। ਇਹਦੇ ਅੰਦਰ ਉਹਨਾਂ ਨੇ ਰੇਅਰ ਕਿਸਮ ਦੀਆਂ ਪੇਂਟਿੰਗਸ, ਪੰਜਾਬ ਦੇ ਕਲਚਰ ਦੀਆਂ ਨਾਲ ਰਿਲੇਟਡ ਤਸਵੀਰਾਂ, ਸਿੱਖ ਰੂਲ ਔਰ ਅੰਗਰੇਜ਼ਾਂ ਦੇ ਟਾਈਮ ਦੇ ਬਹੁਤ ਸਾਰੀਆਂ ਕੀਮਤੀ ਪੇਂਟਿੰਗਸ, ਇਸੇ ਤਰ੍ਹਾਂ ਮੈਨੂਸਕ੍ਰਿਪਟਸ ਦੇ ਵਿੱਚ ਹੁਕਮਨਾਮੇ ਗੁਰੂ ਸਾਹਿਬਾਨ ਦੇ ਟਾਈਮ ਦੇ ਵਿੱਚ ਜਿਹੜੇ ਦਿੱਤੇ ਗਏ ਸਨ, ਉਹਨਾਂ ਦੀਆਂ ਲਿਖਤਾਂ, ਗੁਰੂਆਂ ਦੇ ਨਾਲ ਰਿਲੇਟਡ ਜਿਹੜੀਆਂ ਓਰੀਜਨਲ ਜਨਮ ਸਾਖੀਆਂ ਸਨ ਉਹ ਰੱਖੀਆਂ ਗਈਆਂ ਨੇ, ਔਰ ਬੁੱਕਸ ਰਿਲੇਟਡ ਟੂ ਸਿੱਖ ਹਿਸਟਰੀ। ਤੁਹਾਨੂੰ ਸਿੱਖ ਹਿਸਟਰੀ ਦੀ ਅੰਗਰੇਜ਼ਾਂ ਦੀਆਂ ਲਿਖੀਆਂ ਹੋਈਆਂ, ਮੁਸਲਿਮਸ ਦੀਆਂ ਲਿਖੀਆਂ ਹੋਈਆਂ, ਹਿੰਦੂਆਂ ਦੀਆਂ ਲਿਖੀਆਂ ਹੋਈਆਂ ਤੁਹਾਨੂੰ ਕਿਤਾਬਾਂ ਮਿਲਣਗੀਆਂ ਉੱਥੇ, ਜਿਹੜੀਆਂ ਦੁਨੀਆ 'ਚ ਕਿਤੇ ਵੀ ਨਹੀਂ ਮਿਲ ਸਕਦੀਆਂ। ਸਿੱਖ ਇਸ ਤੋਂ ਇਲਾਵਾ ਜਿਹੜਾ ਮਿਊਜ਼ੀਅਮ ਹੈ ਉਸ ਵਿੱਚ ਹਿਸਟੋਰੀਕਲ ਆਰਟੀਕਲ ਵੀ ਹੈਗੇ ਨੇ, ਜਿਵੇਂ ਕੋਇਨਸ ਨੇ। ਮੈਂ ਤੁਹਾਡੇ ਨਾਲ ਇੱਕ ਦਫਾ ਕੋਇਨਸ ਤੇ ਵੀ ਇੱਕ ਗੱਲ ਕੀਤੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲੇ ਬਾਬਾ ਬੰਦਾ ਬਹਾਦਰ, ਫਿਰ ਜੱਸਾ ਸਿੰਘ ਆਹਲੂਵਾਲੀਆ ਜਿਨ੍ਹਾਂ ਨੇ ਰਾਜ ਕੀਤਾ, ਫਿਰ ਮਿਸਲਾਂ ਆਈਆਂ, ਹਰ ਇੱਕ ਨੇ ਆਪਣੀਆਂ ਆਪਣੀਆਂ ਕੋਇਨਸ ਬਣਾਈਆਂ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਚ ਵੀ ਬਣੀਆਂ। ਉਹ ਕੋਇਨਸ ਬਣੀਆਂ ਰੇਅਰ ਕੋਇਨਸ ਨੇ। ਹੁਣ ਉਹਨਾਂ ਸਭ ਨੂੰ ਇੱਥੇ ਇਕੱਠਾ ਕੀਤਾ ਗਿਆ। ਹੋਰ ਕਈ ਆਰਟੀਫੈਕਟਸ ਨੇ ਜਿਹੜਾ ਉਸ ਸਮੇਂ ਦੇ ਜੀਵਨ ਨੂੰ ਦਰਸਾਉਂਦੀਆਂ ਨੇ ਕਿ ਲਾਈਫ ਕਿੱਦਾਂ ਦੀ ਸੀ। ਔਰ 17ਵੀਂ 18ਵੀਂ ਸਦੀ ਦੇ ਵਿੱਚ ਜਿਹੜੇ ਵੈਪਨਸ ਵਰਤੇ ਜਾਂਦੇ ਸਨ, ਜਿਨ੍ਹਾਂ ਦਾ ਮੈਂ ਕੁਝ ਦਾ ਨਾਂ ਥੱਲੇ ਲਿਖਿਆ ਵੀ ਹੈ, ਤੁਸੀਂ ਪੜ੍ਹ ਸਕਦੇ ਹੋ। ਇਹ ਵੈਪਨ ਵੀ ਜਿਹੜੇ ਸਨ ਇਹ ਇਕੱਠੇ ਕੀਤੇ ਗਏ। ਔਰ ਇਹਦੇ ਸਭ ਤੋਂ ਵੱਡਾ ਕੰਮ ਜਿਹੜਾ ਸੀ ਉਹ ਇੱਕ ਹਿਸਟੋਰੀਅਨ ਹੋਏ ਨੇ ਸਰਦਾਰ ਕਰਮ ਸਿੰਘ, ਉਹਨਾਂ ਨੇ ਇਸ ਵਿੱਚ ਸੇਵਾ ਕੀਤੀ। ਹੁਣ ਮੈਂ ਕੁਇਕਲੀ ਤੁਹਾਨੂੰ ਇੰਨਾ ਹੀ ਦੱਸਣਾ ਚਾਹਾਂਗਾ ਕਿ ਇਸ ਵਕਤ ਇਸੇ ਗਵਰਨਿੰਗ ਕਾਉਂਸਲ ਦੇ ਅੰਡਰ ਸੇਮ ਕਾਲਜ ਦੀ ਬਿਲਡਿੰਗ ਸੇਮ ਨਹੀਂ ਹੈ, ਪਰ ਗਵਰਨਿੰਗ ਕਾਉਂਸਲ ਸੇਮ ਹੈ। ਇਸ ਵੇਲੇ 12 ਹੋਰ ਖਾਲਸਾ ਕਾਲਜ ਅੰਮ੍ਰਿਤਸਰ ਉਹਦੇ ਲਾਗੇ ਚਾਗੇ ਬਣ ਚੁੱਕੇ ਨੇ। ਇਹਨਾਂ 'ਚੋਂ ਇੱਕ ਐਜੂਕੇਸ਼ਨ ਦਾ ਕਾਲਜ ਜਿੱਥੇ B.Ed ਕਰਾਉਂਦੇ ਨੇ, ਇਸੇ ਤਰ੍ਹਾਂ ਕਾਲਜ ਫਾਰ ਵਿਮਨ ਅਲੱਗ ਹੈ, ਇਸੇ ਤਰ੍ਹਾਂ ਨਰਸਿੰਗ ਦਾ ਕਾਲਜ ਹੈ, ਖਾਲਸਾ ਕਾਲਜ ਆਫ ਫਾਰਮੇਸੀ ਹੈ, ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਹੈ, ਔਰ ਵੈਟਨਰੀ ਐਂਡ ਐਨੀਮਲ ਸਾਇੰਸਿਸ ਦਾ ਇੱਕ ਅਲੱਗ ਕਾਲਜ ਬਣ ਚੁੱਕਾ ਹੈ। ਇਸੇ ਤਰ੍ਹਾਂ ਫਿਜ਼ੀਕਲ ਐਜੂਕੇਸ਼ਨ ਦਾ ਹੈ, ਔਰ ਲਾਅ ਔਰ ਮੈਨੇਜਮੈਂਟ ਦਾ। ਸੋ ਇਹ ਸਾਰੇ ਜਿਹੜੇ ਕਾਲਜ ਨੇ ਇਹ ਸਾਰੇ ਉਸੇ ਮੈਨੇਜਮੈਂਟ ਦੇ ਅੰਡਰ ਆਉਂਦੇ ਨੇ, ਔਰ 5 ਖਾਲਸਾ ਸਕੂਲ ਵੀ ਨੇ ਜਿਹੜੇ ਕਿ ਇਸ ਦੇ ਮੈਨੇਜਮੈਂਟ ਦੇ ਥੱਲੇ ਆਉਂਦੇ ਨੇ। ਹੁਣ ਇਸ ਨੇ ਦੇਣ ਕੀ ਦਿੱਤੀ ਹੈ? ਦੇਣ ਇਸ ਨੇ ਬੜੇ ਵੱਡੇ ਵੱਡੇ ਸਟੂਡੈਂਟਸ ਪ੍ਰੋਡਿਊਸ ਕੀਤੇ। ਕੁਝ ਤਾਂ ਮੇਰਾ ਖਿਆਲ ਇਹ ਸੰਗਤ 'ਚ ਵੀ ਖਾਲਸਾ ਕਾਲਜ ਤੋਂ ਪੜ੍ਹੇ ਹੋਏ ਵਿਦਿਆਰਥੀ ਪੁਰਾਣੇ ਬੈਠੇ ਹੋਣਗੇ, ਔਰ ਅੱਜ ਸਾਰੀ ਦੁਨੀਆ ਦੇ ਵਿੱਚ ਉਹ ਫੈਲੇ ਹੋਏ ਨੇ। ਜੇ ਤੁਸੀਂ ਪੋਲੀਟੀਕਲ ਸਾਈਡ ਤੇ ਦੇਖੋ ਤਾਂ ਪ੍ਰਤਾਪ ਸਿੰਘ ਕੈਰੋਂ ਔਰ ਦਰਬਾਰਾ ਸਿੰਘ 2 ਚੀਫ ਮਿਨਿਸਟਰ ਇੱਥੇ ਦੇ ਸਟੂਡੈਂਟ ਰਹੇ ਨੇ। ਸਰ ਤੇਜਾ ਸਿੰਘ ਸਮੁੰਦਰੀ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਫਾਊਂਡੇਸ਼ਨ ਦੇ ਵਿੱਚ ਸਨ, ਇਸ ਤਰ੍ਹਾਂ ਹੀ ਉਹ ਵੀ ਇੱਥੇ ਦੇ ਸਟੂਡੈਂਟ ਸਨ। ਸਰ ਸੋਹਣ ਸਿੰਘ ਜੋਸ਼, ਅਛਰ ਸਿੰਘ ਛੀਨਾ, ਇਹ ਫਰੀडम ਫਾਈਟਰ ਸਨ ਇੰਡੀਆ, ਜਿਨ੍ਹਾਂ ਨੇ ਇੰਡੀਆ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਇਸੇ ਤਰ੍ਹਾਂ ਇੱਕ ਐਮੀਨੈਂਟ ਫਰੀडम ਫਾਈਟਰ ਸੀ ਸ਼ੰਕਰ ਸਿੰਘ, ਉਹ ਵੀ ਇੱਥੋਂ ਦੇ ਸਟੂਡੈਂਟ ਸੀ। ਸਰ ਗੁਰਦਿਆਲ ਸਿੰਘ ਢਿੱਲੋਂ ਜਿਹੜੇ ਸਪੀਕਰ ਸਨ ਲੋਕ ਸਭਾ ਦੇ, ਉਹ ਕੈਨੇਡਾ ਵਿੱਚ ਹਾਈ ਕਮਿਸ਼ਨਰ ਵੀ ਰਹੇ ਸਨ, ਔਰ ਵਰਲਡ ਦੀ ਜਿਹੜੀ ਇੰਟਰ ਪਾਰਲੀਮੈਂਟਰੀ ਯੂਨੀਅਨ ਹੈ ਉਹਦੇ ਪ੍ਰੈਜ਼ੀਡੈਂਟ ਸੀ, ਉਹ ਵੀ ਇੱਥੋਂ ਸਟੂਡੈਂਟ ਸੀ। ਇਸੇ ਤਰ੍ਹਾਂ ਸਰ ਨਰਿੰਜਨ ਸਿੰਘ ਤੇ ਗੁਰਬਚਨ ਸਿੰਘ ਤਾਲਬ ਜਿਹੜੇ ਸਨ, ਇਹ 2 ਹਿਸਟੋਰੀਅਨ ਵੀ ਸੀ ਤੇ ਫਰੀडम ਫਾਈਟਰਸ ਵੀ, ਪ੍ਰੋਫੈਸਰ ਵੀ ਸਨ, ਉਹ ਵੀ ਇੱਥੇ ਦੇ। ਔਰ ਸਰ ਹੁਕਮ ਸਿੰਘ ਸਪੀਕਰ ਜਿਹੜੇ ਇੰਡੀਅਨ ਪਾਰਲੀਮੈਂਟ ਦੇ ਸੀ, ਹੀ ਵਾਸ ਅ ਸਟੂਡੈਂਟ। ਔਰ ਚੀਫ ਇਲੈਕਸ਼ਨ ਕਮਿਸ਼ਨਰ ਪੰਜਾਬ ਦੇ ਸਰ ਮਨੋਹਰ ਸਿੰਘ ਗਿੱਲ। ਸੋ ਇੰਨੇ ਕੁ ਨਾਂ ਜਿਹੜੇ ਨੇ ਕਾਫੀ ਨੇ ਤੁਹਾਨੂੰ ਇਹ ਦੱਸਣ ਲਈ ਕਿ ਕਿੰਨੇ ਪੋਲੀਟੀਕਲ ਸਾਈਡ ਦੇ ਉੱਤੇ ਐਮੀਨੈਂਟ ਸਕਾਲਰਸ ਔਰ ਲੀਡਰਸ ਪ੍ਰੋਡਿਊਸ ਕੀਤੇ ਗਏ। ਇੱਧਰ ਟੌਪ ਜਿਹੜੇ ਇੰਡੀਆ ਦੇ ਕਮਾਂਡਰ ਹੋਏ ਨੇ ਉਹਨਾਂ 'ਚੋਂ ਮੈਂ ਸਿਰਫ ਇੱਕ ਦਾ ਜਾਂ 2 ਦਾ ਜ਼ਿਕਰ ਕਰਾਂਗਾ।
एयर मार्शल अर्जन सिंह चीफ ऑफ द इंडियन एयर फोर्स, वो इत्थे दे स्टूडेंट सन। इस तो इलावा 6 जनरल्स के मैं नाम लिखे ने, ये 6 जनरल्स इस कॉलेज की देन है, जिस ਜਿਹੜੇ कि इंडिया की डिफेंस के इन्हों का बड़ा ਵੱਡਾ रोल सी। इस तरह कारगिल की जी जंग हुई उस तो पहला शहीद जरा सी वो सी मेजर बलजीत सिंह रंधावा, वो भी इस कॉलेज का स्टूडेंट सी। ਜਿਹੜੀ इंडियन हॉकी ਦੇ 1932 सब तो पहला गोल्ड मैडल हॉकी की टीम ਨੂੰ ਮਿਲਿਆ ਸੀ, ਉਹ ਉਸ ਦਾ ਲੀਡਰ ਸੀ ਕਰਨਲ ਗੁਰਮੀਤ ਸਿੰਘ। ਹੀ ਵਾਸ ਹਿਮਸੈਲਫ ਦੀ ਪਲੇਅਰ, ਉਹਦਾ ਕੈਪਟਨ ਵੀ ਸੀ। ਔਰ ਹੁਣ ਯੂਐਸ ਆਰਮੀ ਦੇ ਵਿੱਚ ਪਹਿਲਾ ਸਿੱਖ ਅਫਸਰ ਜਿਹੜਾ ਸੀ ਉਹ ਸੀ ਕਰਨਲ, ਉਹ ਮੈਡੀਕਲ ਡਾਕਟਰ ਸੀ, ਡਾਕਟਰ ਅਰਜਿੰਦਰ ਸਿੰਘ ਸੇਖੋਂ। ਸੋ ਯੂ ਕੈਨ ਸੀ ये मैं कुछ रिप्रेजेंटेटिव्स लए ने, अगर मैं पूरी लिस्ट लगान लगा तो बहुत लंबी हो जाएगी, सो इस करके मैं तुहानू कुछ ना दस रहा। हुण लास्ट ते कुछ डिस्टिंग्विश्ड एलमनाई की मैं गल कर रहा, जिन्हां दे विचों 10 ते वाइस चांसलर से होए ने, जिन्हां दी लिस्ट मैं दे रहा। डॉक्टर खेम सिंह, भाई जोत सिंह, डॉक्टर अमरीक सिंह, कृपाल सिंह नारंग, RC पॉल पंजाब यूनिवर्सिटी के, इस तरह बिशन सिंह समुंदरी जेडे गुरु नानक यूनिवर्सिटी के पहले फाउंडर वाइस चांसलर सन, KS गिल, और जबलपुर यूनिवर्सिटी भी जेडे पहले लगे सन LS नेगी। ये 10 वाइस चांसलर्स तो मेरी यानी पकड़ दे विच उन्हां दी इनफॉर्मेशन आई, वो मैं तुहानू दे रहा, हो सकता होर भी होणगे। जे तुसीं स्कॉलर्स वाल देखो तो कुछ प्रोमीनेंट नेम हैगे ने। एक प्रिंसीपल तेजा सिंह सी जेडे बाद ਦੇ ਵਿੱਚ ਬੜੂ ਸਾਹਿਬ ਦੇ ਵਿੱਚ ਵੀ ਸੰਤ ਅਤਰ ਸਿੰਘ ਤੋਂ ਬਾਅਦ ਦੂਜੇ ਨੰਬਰ ਤੇ ਆਏ ਸਨ, ਔਰ ਉਹਨਾਂ ਨੇ ਹਾਰਵਰਡ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਔਰ ਪਹਿਲੇ ਸਿੱਖ ਸਨ ਜਿਨ੍ਹਾਂ ਨੇ ਵਿਦ ਟਰਬਨ ਹਾਰਵਰਡ ਯੂਨੀਵਰਸਿਟੀ 'ਚ ਗ੍ਰੈਜੂਏਸ਼ਨ ਕੀਤੀ। ਉਹ ਉਸ ਵਕਤ ਹਾਰਵਰਡ ਦੇ ਵਿੱਚ ਕੋਈ ਪਹਿਲੇ ਸਿੱਖ ਨਹੀਂ ਸੀ ਔਰ ਉਹ ਇੱਕ ਬੜਾ ਅਜੀਬ ਗੱਲ ਸਮਝੀ ਜਾਂਦੀ ਸੀ। ਇੱਕ ਹੰਸਰਾਜ ਖੰਨਾ ਸੁਪਰੀਮ ਕੋਰਟ ਦੇ ਜੱਜ ਵੀ ਇੱਥੋਂ ਹੋਏ ਨੇ, ਕਈ ਹੋਰ ਵੀ ਹੋਏ ਨੇ। ਇਸ ਤਰ੍ਹਾਂ ਇੱਕ ਡਾਕਟਰ ਨਰਿੰਜਨ ਸਿੰਘ ਢੱਲਾ ਇਸ ਵੇਲੇ ਵਿਨੀਪੈਗ 'ਚ ਨੇ, ਉਹਨਾਂ ਉਹ ਕਾਰਡੀਓਵੈਸਕੂਲਰ ਸਾਇੰਟਿਸਟ ਬੜੇ ਐਮੀਨੈਂਟ ਹੋਏ ਨੇ ਵਰਲਡ ਲੈਵਲ ਦੇ। ਉਹਨਾਂ ਨੂੰ ਆਰਡਰ ਆਫ ਕੈਨੇਡਾ ਐਂਡ ਮਿਲਿਆ ਸੀ। ਉਸ ਤੋਂ ਬਾਅਦ ਹੀ ਵਾਜ਼ ਐਡਮਿਟਡ ਟੂ ਦੀ ਹਾਲ ਆਫ ਮੈਡੀਕਲ ਫੇਮ ਇਨ ਕੈਨੇਡਾ। ਸੋ ਇਹ ਵੀ ਇਸੇ ਕਾਲਜ ਦੇ ਸਟੂਡੈਂਟ ਨੇ। और इंसीडेंटली मैं दस देवां कि साडे डॉक्टर राजा बलराज सिंह जिहड़े ने और डॉक्टर पूनम, ये भी दोनों इन्हां दे स्टूडेंट रहे ने ढाला साहब दे। और प्रोफैसर साहिब सिंह ते हर बंदा जानदा है कि सिख स्कॉलर किन्ने वड्डे सन, उन्होंने किन्नी वड्डी सिक्खी की सेवा की है, वो भी इसे कॉलेज तो सन। इस तरह ही मैं एक अपने सबजैक्ट के बंदा है डॉक्टर प्यारा सिंह गिल, एक साइंटिस्ट होए ने जिन्होंने कॉस्मिक रेज के उत्ते बड़ी अच्छी रिसर्च की सी फिजिक्स के विच, और ये डायरैक्टर रहे ने काउंसिल ऑफ साइंटिफिक इंडस्ट्री रिसर्च CSIR दे। इस तरह होर भी ने PGI दे विच पद्म श्री सन डॉक्टर KS चुग नेफ्रोलॉजिस्ट, डॉक्टर प्रीतम सिंह जेड़े PGI चंडीगढ़ के डायरैक्टर भी रहे ने, और सब तो वड्डे हिस्टोरीयन ने उस समय दे डॉक्टर गंडा सिंह, वो भी इसे कॉलेज के स्टूडेंट सन। सो मैं ये अगे एक लिस्ट होर दी है जिस दे विच मैं सारे नाम नहीं पढ़ना चाहांगा, तो पर मैं सिर्फ एक दो वल तुहाडा ध्यान लवाना चाहना। तुसी शायद बाकियां तो वाकफ ना हो, पर तुहानू मेरा ख्याल है भीषम साहनी जेड़े बड़े फेमस सिख अपना फिल्म मेकर सन और राइटर सन। रंजीत बावा की आवाज़ तुसी पंजाबी सिंगर बहुत सुनी होएगी, और इस तरह अमरिंदर गिल जिहड़ा अजकल कई फिल्मों भी आता। सो इहो जे कई लोग आर्टिस्ट ने, राइटर्स ने, सिंगर्स ने, वो बड़े डिस्टिंग्विश्ड प्रोडक्ट्स इस कॉलेज ने। प्लेयर्स के विचों ब्रीफली जे मैं तुहानू पहले दस्सिया भी एक कर्नल गुरमीत सिंह सन, उस तो बाद फिर सरदार बलबीर सिंह सीनियर हॉकी के कैप्टन सन, जिन्हां दी टीम दे विच 3 मैंबर होर 3 यानी प्लेयर होर इसे कॉलेज दी ही प्रोडक्ट सन जिन्हां दे मैं नाम लिखे ने, और ये भी ओलंपिक्स दे विच इन्हां ने गोल्ड मैडल सब तो पहले जितया सी। इस तरह
ਐਥਲੀਟਸ ਦੇ ਵਿੱਚ ਏਸ਼ੀਅਨ ਗੋਲਡ ਲੈਂਡ ਵਾਲੇ ਗੁਰਬਚਨ ਰੰਧਾਵਾ ਜਿਹੜੇ ਸਨ, ਉਹਨਾਂ ਨੂੰ ਹੀ ਵਾਸ ਦ ਫਸਟ ਇੰਡੀਅਨ ਟੂ ਗੈਟ ਐਨ ਏਸ਼ੀਅਨ ਗੋਲਡ ਮੈਡਲ, ਔਰ ਉਹਨਾਂ ਨੂੰ ਅਰਜੁਨ ਅਵਾਰਡ ਔਰ ਪਦਮ ਸ਼੍ਰੀ ਵਗੈਰਾ ਦਿੱਤਾ ਗਿਆ। ਫਿਰ ਜਿਹੜੀ ਇੱਥੇ ਕਬੱਡੀ ਟੀਮ ਕੈਨੇਡਾ ਦੀ ਹੈ ਇਸ ਵੇਲੇ, ਉਹਦੇ ਵੀ ਜਿਹੜੇ ਕੈਪਟਨ ਨੇ ਹਰਦੀਪ ਸਿੰਘ, ਉਹ ਵੀ ਇਸੇ ਕਾਲਜ ਤੋਂ ਪੜ੍ਹ ਕੇ ਆਏ ਨੇ। ਬਿਸ਼ਨ ਸਿੰਘ ਬੇਦੀ ਤੁਸੀਂ ਅੱਛੀ ਤਰ੍ਹਾਂ ਜਾਣਦੇ ਹੋ, ਇੰਡੀਅਨ ਕ੍ਰਿਕਟ ਦਾ ਸੀ ਕੈਪਟਨ, ਔਰ ਇਸੇ ਤਰ੍ਹਾਂ ਹੋਰ ਕਈ ਨਾਂ ਨੇ ਜਿਨ੍ਹਾਂ ਦਾ ਮੈਂ ਜ਼ਿਕਰ ਪੂਰਾ ਡਿਟੇਲ ਨਹੀਂ ਕਰ ਰਿਹਾ। ਸੋ ਐਟ ਦੀ ਐਂਡ ਆਈ ਐਮ ਗਿਵਿੰਗ ਯੂ ਦ ਰੈਫਰੈਂਸਿਸ ਇਫ ਸਮਬਡੀ ਇਜ਼ ਇੰਟਰਸਟਿਡ ਇਨ ਗੋਇੰਗ ਡੀਪਰ ਇਨਟੂ ਦ ਸਬਜੈਕਟ। ਇੱਕ ਹੈ ਹਿਸਟਰੀ ਆਫ ਖਾਲਸਾ ਕਾਲਜ ਅੰਮ੍ਰਿਤਸਰ ਬਾਈ ਡਾਕਟਰ ਗੰਡਾ ਸਿੰਘ, ਵੈਰੀ ਐਮੀਨੈਂਟ ਸਕਾਲਰ ਨੇ, ਹਿਸਟੋਰੀਅਨ ਹੈ, ਇੱਥੇ ਦੇ ਸਟੂਡੈਂਟ ਵੀ ਰਹੇ, ਉੱਥੇ ਉਹਨਾਂ ਨੇ ਪੜ੍ਹਾਇਆ ਵੀ। ਇੱਕ ਹੋਰ ਸੀ ਬਰੀਫ ਹਿਸਟਰੀ ਆਫ ਖਾਲਸਾ ਕਾਲਜ ਬਾਈ ਪ੍ਰੋਫੈਸਰ ਕੇ.ਐਸ. ਬਾਜਵਾ, ਇਹ ਵੀ ਉੱਥੇ ਦੇ ਨੇ। ਇੱਕ ਪੰਜਾਬ ਡਿਜੀਟਲ ਲਾਇਬ੍ਰੇਰੀ ਵਿੱਚ ਅਗਰ ਤੁਸੀਂ ਜਾਓ ਤਾਂ ਉਸ ਦੇ ਵਿੱਚ ਹਿਸਟਰੀ ਆਫ ਦੀ ਖਾਲਸਾ ਕਾਲਜ ਦੀ ਬੜੀ ਡਿਟੇਲ ਦਿੱਤੀ ਗਈ ਹੈ, ਇੱਕ ਪੂਰੀ ਬੁੱਕ ਉਸ ਦੇ ਉੱਤੇ ਲਿਖੀ ਹੋਈ ਹੈ। ਔਰ ਕੁਝ ਦਿਨ ਪਹਿਲੇ ਤੁਸੀਂ ਮਿਲੇ ਸੀ ਜਸਪ੍ਰੀਤ ਸਿੰਘ ਰਾਜਪੂਤ ਨੂੰ, ਜਿਹੜੇ ਇੱਥੇ ਕੈਲਗਰੀ 'ਚ ਰਹਿੰਦੇ ਨੇ, ਐਨ RCMP ਆਫਿਸਰ। ਹੀ ਵਾਜ਼ ਐਨ ਐਲਮਨਸ ਆਫ ਖਾਲਸਾ ਕਾਲਜ, ਜਿਸਨੇ ਇਹ ਬੁੱਕ ਲਿਖੀ ਸੀ ਟੈਂਪਲ ਆਫ ਸਟੱਡੀ ਖਾਲਸਾ ਕਾਲਜ ਅੰਮ੍ਰਿਤਸਰ। ਔਰ ਇੱਕ ਰੀਸੈਂਟਲੀ ਸਾਂਝਾ ਟੀਵੀ ਦੇ ਉੱਤੇ ਇੱਕ ਵੀਡੀਓ ਵੀ ਪਈ ਹੋਈ ਹੈ, ਸ਼ਾਇਦ ਕੁਝ ਨੇ ਦੇਖੀ ਵੀ ਹੋਏ, ਹੈਰੀਟੇਜ ਆਫ ਖਾਲਸਾ ਕਾਲਜ। ਉਸ ਵਿੱਚ ਉਹਨਾਂ ਨੇ ਸਾਰੀ ਡਿਟੇਲ ਵੀਡੀਓਗ੍ਰਾਫੀ ਕਰਕੇ ਦੱਸੀ ਹੈ। ਤਾਂ ਮੈਂ ਅਖੀਰ ਤੇ ਸਿਰਫ ਇੰਨੀ ਗੱਲ ਕਹਿਣਾ ਚਾਹਾਂਗਾ ਕਿ ਇਹ ਕੋਈ ਆਰਡੀਨਰੀ ਕਾਲਜ ਨਹੀਂ ਹੈ, ਇਸ ਦਾ ਇੱਕ ਖਾਸ ਪਰਪਸ ਸੀ, ਇੱਕ ਖਾਸ ਏਮ ਸੀ, ਔਰ ਸਿੱਖ ਰੈਨੇਸੌਂ, ਸਿੱਖਾਂ ਦੀ ਰੀਬਰਥ ਜਾਂ ਸਿੱਖ ਕੌਮ ਨੂੰ ਮੁੜ ਕੇ ਇੱਜ਼ਤ ਦੇ ਨਾਲ ਆਪਣੇ ਪੈਰਾਂ ਤੇ ਖੜੇ ਕਰਨ 'ਚ ਇਸ ਕਾਲਜ ਦਾ ਬੜਾ ਵੱਡਾ ਹੱਥ ਸੀ। ਨਾ ਸਿਰਫ ਇਸ ਨੇ ਬੜੇ ਵੱਡੇ ਇਸ ਦੇ ਨਾਲ ਇਹਦੇ ਸੰਸਥਾਪਕ ਸਨ, ਪਰ ਇਸ ਨੇ ਬੜੀਆਂ ਵੱਡੇ ਸਟੂਡੈਂਟਸ ਵੀ ਪੈਦਾ ਕੀਤੇ ਜੋ ਇਸ ਵੇਲੇ ਪੂਰੀ ਦੁਨੀਆ 'ਚ ਨੇ। ਮੈਂ ਤਾਂ ਸਿਰਫ ਉਸ ਚੋਂ 5-10% ਜਿਹੜੇ ਪ੍ਰੋਮੀਨੈਂਟ ਨਾਂ ਸੀ ਉਹ ਮੈਂ ਦੱਸੇ ਨੇ, ਅਗਰ ਲੱਭਣ ਜਾਓ ਤਾਂ ਸ਼ਾਇਦ ਹਜ਼ਾਰਾਂ ਦੀ ਗਿਣਤੀ ਤੁਹਾਨੂੰ ਹੋਰ ਮਿਲ ਜਾਣਗੇ। ਔਰ ਸਾਡੀ ਫੈਮਿਲੀ ਦਾ ਵੀ ਲਾਸਟ ਕਮੈਂਟ ਮੇਰਾ ਇਹ ਹੈ, ਇਹਦੇ ਨਾਲ ਥੋੜ੍ਹਾ ਜਿਹਾ ਸੰਬੰਧ ਰਿਹਾ। ਮੇਰੇ ਫਾਦਰ ਸਾਹਿਬ ਵੀ ਇੱਥੇ ਪੜ੍ਹੇ, ਔਰ ਪੂਨਮ ਸਾਡੀ ਬੇਟੀ ਹੈ, ਇਸ ਦੇ ਪਿਤਾ ਜੀ ਵੀ ਉੱਥੋਂ ਪੜ੍ਹੇ, ਮੇਰੇ ਦੋਨੋਂ ਬੇਟੇ ਵੀ ਉੱਥੇ ਪੜ੍ਹੇ, ਔਰ ਮੈਂ ਭਾਵੇਂ ਪੜ੍ਹਿਆ ਤਾਂ ਨਹੀਂ ਪਰ ਮੈਂ ਉੱਥੇ ਪੜ੍ਹਾਇਆ ਜ਼ਰੂਰ ਹੈ। ਔਰ ਸਭ ਤੋਂ ਆਖਰੀ ਗੱਲ ਇਹ ਕਿ ਮੇਰੇ ਮਿਸਿਸ ਨੇ ਉੱਥੇ 25 ਸਾਲ ਐਜ਼ ਲਾਇਬ੍ਰੇਰੀਅਨ ਕੰਮ ਕੀਤਾ। ਆਫਟਰ ਸ਼ੀ ਡਿਡ ਹਰ MSc ਇਨ ਲਾਇਬ੍ਰੇਰੀ ਸਾਇੰਸ, ਉਸ ਤੋਂ ਬਾਅਦ 25 ਇਅਰਸ ਉੱਥੇ ਰਹੇ। ਸੋ ਇਸ ਕਾਲਜ ਨਾਲ ਮੈਨੂੰ ਕਾਫੀ ਲਗਾਵ ਸੀ, ਔਰ ਮੈਨੂੰ ਲੱਗਦਾ ਸੀ ਕਿ ਇਹ ਚੂੰਕਿ ਸਿੱਖ ਹੈਰੀਟੇਜ ਦਾ, ਸਿੱਖ ਹਿਸਟਰੀ ਦਾ ਔਰ ਰੀਬਰਥ ਰੈਨੇਸਾਂ ਦਾ ਹਿੱਸਾ ਹੈ, ਇਹਦੇ ਬਾਰੇ ਮੈਨੂੰ ਆਪਣੇ ਬੱਚਿਆਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ we can be proud of our history and our culture। ਔਰ ਇੱਥੇ ਗੁਰਬਾਣੀ ਦਾ ਵੀ ਉਨਾ ਹੀ ਉਸ ਗੁਰਦੁਆਰੇ ਦੇ ਵਿੱਚ ਪ੍ਰਚਾਰ ਹੁੰਦਾ ਹੈ ਜਿੰਨਾ ਕਿ ਬਾਕੀ ਸਾਇੰਸਿਸ ਜਾਂ ਦੂਜੀਆਂ ਚੀਜ਼ਾਂ ਦਾ ਹੁੰਦਾ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਇੱਕ ਵਿਲੱਖਣ ਪ੍ਰੈਜੈਂਟੇਸ਼ਨ ਸੀਗੀ ਤੁਹਾਡੀ। ਖਾਲਸਾ ਕਾਲਜ ਜਿਹੜਾ ਸਿੰਘ ਸਭਾ ਲਹਿਰ ਤੋਂ ਬਾਅਦ ਜਾਂ ਸਿੰਘ ਸਭਾ ਲਹਿਰ ਦੇ ਉਪਰਾਲਿਆਂ ਦੇ ਨਾਲ ਹੋਂਦ 'ਚ ਆਇਆ ਸੀ, ਉਹਦਾ ਇਤਿਹਾਸ ਪਿਛੋਕੜ, ਉੱਥੇ ਉਸ ਕਾਲਜ ਨੇ ਕਿੰਨੇ ਸਾਨੂੰ ਜਰਨੈਲ, ਕਿੰਨੇ ਸਾਇੰਸਦਾਨ, ਕਿੰਨੇ ਡਾਕਟਰ, ਇੰਜੀਨੀਅਰ ਦਿੱਤੇ ਤੇ ਦੇ ਰਿਹਾ, ਉਹਦੇ ਬਾਰੇ ਬਹੁਤ ਹੀ ਜਾਣਕਾਰੀ ਭਰਪੂਰ ਤੁਹਾਡੀ ਪ੍ਰੈਜੈਂਟੇਸ਼ਨ ਸੀਗੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਮੇਰੀ ਬੇਨਤੀ ਹੈ ਜੀ, ਸੰਗਤ ਦੇ ਵਿੱਚੋਂ ਕੋਈ ਆਪਣੇ ਕਮੈਂਟ ਦੇਣੇ ਚਾਹੁੰਦਾ, ਕੋਈ ਵਿਚਾਰ ਰੱਖਣੇ ਚਾਹੁੰਦਾ,